मैं रमन एक चीज़ होर भी अपने व्यूअर्स ਨੂੰ ਦੱਸਾਂਗੀ ਕਿ ਮੈਂ ਨਾ ਕੈਂਸਰ ਜਿਹੜੇ ਪੇਸ਼ੈਂਟਸ ਨੇ ਨਾ ਉਹਨਾਂ ਦੀ ਟ੍ਰੀਟਮੈਂਟ ਨਾ ਫ੍ਰੀ ਆਫ ਕਾਸਟ ਕਰਨੀ ਆ। ਮੈਂ ਉਹਨਾਂ ਵਾਸਤੇ ਕੋਈ ਆਈ ਡੋਂਟ ਚਾਰਜ ਐਨੀਥਿੰਗ। ਤੇ ਅਗਰ ਰੱਬ ਨਾ ਕਰੇ ਅਗਰ ਕਿਸੇ ਨੂੰ ਕੋਈ ਇਹੋ ਜਿਹੀ ਪ੍ਰੋਬਲਮ ਹੈ ਔਰ ਉਹਨੂੰ ਡਾਈਟ ਦੀ ਲੋੜ ਹੈ, ਉਹਨੂੰ ਪਤਾ ਨਹੀਂ ਚੱਲ ਰਿਹਾ, ਕਿਉਂਕਿ ਉਹਨਾਂ ਨੂੰ ਬਹੁਤ ਮੁਸ਼ਕਿਲ ਹੁੰਦੀ ਹੈ, ਉਹਨਾਂ ਨੂੰ ਸਮਝ ਹੀ ਨਹੀਂ ਆਉਂਦੀ ਕਿ ਕਿਹੜੀ ਚੀਜ਼ ਖਾਈਏ ਕਿਹੜੀ ਨਹੀਂ ਖਾਈਏ, ਕਿਉਂਕਿ ਸਾਡਾ ਲਾਈਫ ਅਡਲਟ੍ਰੇਸ਼ਨ ਅੱਜ ਕੱਲ੍ਹ ਇੰਨੀ ਜ਼ਿਆਦਾ ਹੈ, ਸਾਡੀ ਵੈਜੀਟੇਬਲਸ ਵਿੱਚ ਇੰਨੇ ਪੈਸਟੀਸਾਈਡਸ ਨੇ, ਸਭ ਕੁਝ ਤਾਂ ਅਡਲਟ੍ਰੇਟ, ਸਾਰਿਆਂ ਵਿੱਚ ਅਡਲਟ੍ਰੇਸ਼ਨ ਹੈ। ਤੁਸੀਂ ਆਪਣੇ ਦੁੱਧ ਲੈ ਲਓ, ਪਿਓਰ ਤਾਂ ਕੁਝ ਵੀ ਨਹੀਂ ਮਿਲਦਾ। ਤੇ ਇਹੀ ਚੀਜ਼ਾਂ ਜਿਹੜੀਆਂ ਨੇ ਉਹ ਸਾਡੇ ਲਿਵਰ ਤੇ ਅਸਰ ਪਾ ਰਹੀਆਂ ਨੇ। ਤੇ ਬੱਚਿਆਂ ਨੂੰ ਮੈਂ ਤੇ ਖਾਸ ਕਰ ਸਾਰਿਆਂ ਨੂੰ ਇਹੀ ਬੋਲਾਂਗੀ ਕਿ ਜਿਹੜੇ ਗਰਲਸ, ਤੁਹਾਡਾ ਗਰਲ ਚਾਈਲਡ ਹੈ ਨਾ, ਉਹਨੂੰ ਦੁੱਧ ਜਿਹੜਾ ਨਾ ਉਹ ਘੱਟ ਤੋਂ ਘੱਟ ਦਿਓ, ਉਹਨੂੰ ਦੁੱਧ ਨਾ ਦਿਓ ਜ਼ਿਆਦਾ। ਉਹਨੂੰ ਤੁਸੀਂ ਦੁੱਧ ਦੀ ਦੂਸਰੀ ਫਾਰਮ ਦੇ ਸਕਦੇ ਹੋ, ਦਹੀਂ ਦੇ ਸਕਦੇ ਹੋ, ਲੱਸੀ ਦੇ ਸਕਦੇ ਹੋ, ਪਨੀਰ ਦੇ ਸਕਦੇ ਹੋ, ਬਟ ਉਹਨੂੰ ਦੁੱਧ ਨਾ ਦਿਓ, ਕਿਉਂਕਿ ਦੁੱਧ ਵਿੱਚੋਂ ਜਿਹੜਾ ਹਾਰਮੋਨ ਹੈ ਉਹ ਪਾਸ ਹੋ ਜਾਂਦਾ ਹੈ, ਬੱਚੇ ਦੇ ਵਿੱਚ ਪਾਸ ਹੋ ਜਾਂਦਾ ਹੈ, ਜਿਹੜਾ ਵੀ ਉਹਨੂੰ ਪੀਏਗਾ, ਕੰਜ਼ਿਊਮ ਕਰੇਗਾ। ਤੁਸੀਂ ਜਿਹੜੀ ਪੀਸੀਓਡੀ ਦੀ ਗੱਲ ਕੀਤੀ ਹੈ ਨਾ, ਪੀਸੀਓਡੀ ਜਾਂ ਪੀਸੀਓਐਸ, ਇਹ ਜਿਹੜੀ ਪ੍ਰੋਬਲਮ ਹੈ ਨਾ, ਇਹ ਅੱਜ ਕੱਲ੍ਹ ਨਾ ਗਰਲਸ ਵਿੱਚ ਬਹੁਤ ਜ਼ਿਆਦਾ ਹੋ ਗਈ ਹੈ। ਬੜੇ ਪ੍ਰਾਊਡਲੀ ਅਸੀਂ ਕਹਿੰਦੇ ਹੁੰਦੇ ਆ ਕਿ ਸਾਡੇ ਪਰਿਵਾਰ ਚੋਂ, ਸਾਡੀ ਫੈਮਿਲੀ ਦੇ ਵਿੱਚੋਂ ਨੇ ਇਹ ਡਾਕਟਰ ਸਾਹਿਬ। ਔਰ ਜ਼ਰੂਰ ਤੁਹਾਨੂੰ ਕਿਸੇ ਵੀ ਕਿਸਮ ਦੀ ਕੋਈ ਵੀ ਦਿੱਕਤ ਹੁੰਦੀ ਹੈ ਤਾਂ ਇਸ ਹਸਪੀਟਲ ਦੇ ਵਿੱਚ ਆ ਕੇ ਤੁਸੀਂ ਇਸ ਕਲੀਨਿਕ ਦੇ ਵਿੱਚ ਹੀ ਇਹਨਾਂ ਨਾਲ ਗੱਲ ਕਰਕੇ ਹੀ, ਵੈਸੇ ਕਹਿੰਦੇ ਨੇ ਨਾ ਡਾਕਟਰ ਇੱਕ ਵਾਰੀ ਹੱਸ ਕੇ ਬੋਲ ਲਵੇ ਏਦਾਂ ਮਰੀਜ਼ ਤੇ ਉੱਥੇ ਠੀਕ ਹੋ ਜਾਂਦਾ। ਸਤਿ ਸ਼੍ਰੀ ਅਕਾਲ, ਹੋਂਦ ਵੇਖ ਰਹੇ ਹੋ ਤੁਸੀਂ, ਮੈਂ ਹਾਂ ਤੁਹਾਡੇ ਨਾਲ ਰਮਨਦੀਪ ਕੌਰ। ਅੱਜ ਬਹੁਤ ਹੀ ਵਧੀਆ ਲੱਗਿਆ ਕਿ ਮੈਨੂੰ ਮੌਕਾ ਮਿਲਿਆ ਗੱਲਬਾਤ ਕਰਨ ਦਾ, ਜਿਨ੍ਹਾਂ ਨੂੰ ਮੈਂ ਅਕਸਰ ਹੀ ਇੰਟਰਵਿਊਜ਼ ਦੇ ਦੌਰਾਨ ਸੁਣਦੀ ਹੁੰਦੀ ਸੀਗੀ ਕਿ ਬਹੁਤ ਸੋਹਣੀਆਂ ਉਹਨਾਂ ਦੀਆਂ ਬਹੁਤ ਹੀ ਲਾਹੇਵੰਦ ਗੱਲਾਂ ਹੁੰਦੀਆਂ ਨੇ। ਤੁਸੀਂ ਇਸ ਚਿਹਰੇ ਤੋਂ ਬਖੂਬੀ ਜਾਣੋ, ਡਾਇਟੀਸ਼ੀਅਨ ਗੁਰਮੀਤ ਕੌਰ ਗੁਜਰਾਲ। ਮੈਂ ਇਹਨਾਂ ਦਾ ਹੋਂਦ ਦੇ ਉੱਤੇ ਸਵਾਗਤ ਕਰਦੀ ਹਾਂ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ ਰਮਨ ਜੀ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਧੰਨਵਾਦ ਕਰਦੀ ਹਾਂ ਕਿਉਂਕਿ ਤੁਹਾਡਾ ਸਕੇਜੂਲ ਬਹੁਤ ਜ਼ਿਆਦਾ ਬਿਜ਼ੀ ਹੈ, ਫਿਰ ਵੀ ਤੁਸੀਂ ਸਮਾਂ ਦਿੱਤਾ ਔਰ ਕੁਝ ਜ਼ਰੂਰੀ ਗੱਲਾਂ ਜਿਹੜੀਆਂ ਸਾਡੇ ਵਿਊਵਰਸ ਦੇ ਲਈ, ਜਿਹੜੀਆਂ ਕੁਝ ਇਹੋ ਜਿਹੀਆਂ ਬਿਮਾਰੀਆਂ ਦੇ ਨਾਲ ਜੂਝ ਰਹੇ ਨੇ, ਜਿਨ੍ਹਾਂ ਨੂੰ ਸਟੇਬਲ ਕਰਨ ਦੇ ਵਿੱਚ ਜਾਂ ਬਹੁਤ ਹੱਦ ਤੱਕ ਉਹਨਾਂ ਨੂੰ ਠੀਕ ਕਰਨ ਦੇ ਵਿੱਚ ਵੀ ਤੁਹਾਡਾ ਬਹੁਤ ਵੱਡਾ ਯੋਗਦਾਨ ਰਹਿੰਦਾ ਹੁੰਦਾ। ਮੈਂ ਜ਼ਰੂਰ ਇਹ ਤੇ ਦੱਸ ਦਿਆਂ, ਮੇਰੇ ਦਿਮਾਗ ਦੇ ਵਿੱਚ ਵੀ ਇੱਕ ਵਹਿਮ ਹੁੰਦਾ ਸੀ ਕਿ ਜਿਹੜਾ ਡਾਇਟੀਸ਼ੀਅਨ ਹੈ ਨਾ, ਉਹ ਸਾਡਾ ਮੋਟਾਪਾ ਹੀ ਘਟਾ ਸਕਦਾ ਵਾ, ਹਨਾ। ਸਾਡੇ ਮੋਸਟਲੀ ਇਹ ਸਾਡੇ ਦਿਮਾਗ ਬਣਿਆ ਹੋਇਆ ਵਾ। ਤੇ ਅਸੀਂ ਲੇਕਿਨ ਜਦੋਂ ਮੈਂ ਤੁਹਾਡੇ ਇੰਟਰਵਿਊ ਸੁਣੇ, ਤੁਹਾਨੂੰ ਸੁਣਿਆ, ਤੁਹਾਡੇ ਬਾਰੇ ਜਾਣਿਆ ਕਿ ਕਿਸ ਤਰ੍ਹਾਂ ਦੇ ਨਾਲ ਐਜ਼ ਅ ਡਾਇਟੀਸ਼ੀਅਨ ਤੁਸੀਂ ਕੀ ਕੰਮ ਕਰ ਰਹੇ ਹੋ, ਤਾਂ ਮੈਨੂੰ ਪਤਾ ਲੱਗਿਆ ਕਿ ਨਹੀਂ, ਡਾਇਟੀਸ਼ੀਅਨ ਸਿਰਫ ਭਾਰ ਨਹੀਂ ਘਟਾਉਂਦਾ। ਡਾਇਟੀਸ਼ੀਅਨ ਤੁਹਾਡੇ ਬਹੁਤ ਸਾਰੀਆਂ ਇਹੋ ਜਿਹੀਆਂ ਬਿਮਾਰੀਆਂ ਹੁੰਦੀਆਂ ਨੇ, ਤੁਹਾਨੂੰ ਉਹਨਾਂ ਬਿਮਾਰੀਆਂ ਨਾਲ ਲੜਨ ਤੇ ਔਰ ਕਾਫੀ ਹੱਦ ਤੱਕ ਤੁਹਾਨੂੰ ਦਵਾਈਆਂ ਦੇ ਵਿੱਚੋਂ ਕੱਢਣ ਦੇ ਵਿੱਚ ਵੀ ਤੁਹਾਡੀ ਹੈਲਪ ਕਰਦਾ, ਹੈ ਨਾ। ਤੇ ਡਾਕਟਰ ਸਾਹਿਬ, ਆਪਣਾ ਮੇਨ ਟੌਪਿਕ ਅੱਜ ਉਹੀ ਰਹੇਗਾ ਕਿ ਕਿਸੇ ਦਾ ਇਹਦੇ ਨਾਲ ਭਲਾ ਹੋ ਜਾਵੇ, ਹੈ ਨਾ। ਤੇ ਜਿੱਦਾਂ ਆਪਾਂ ਬਹੁਤੀ ਗੱਲ ਕਰਾਂਗੇ ਅੱਜ ਸ਼ੂਗਰ ਪੇਸ਼ੈਂਟਸ ਦੀ, ਅੱਜ ਕੱਲ੍ਹ ਸਭ ਤੋਂ ਜ਼ਿਆਦਾ ਹਰ ਇੱਕ ਦੂਜੇ ਘਰ ਦੇ ਵਿੱਚ ਇਨਸਾਨ ਸ਼ੂਗਰ ਦੀ ਬਿਮਾਰੀ ਦੇ ਨਾਲ ਪੀੜਿਤ ਹੈਗਾ ਵਾ। ਤਾਂ ਜਿੱਦਾਂ ਤੁਸੀਂ ਮੈਨੂੰ ਆਫ ਕੈਮਰਾ ਵੀ ਦੱਸ ਰਹੇ ਸੀਗੇ ਕਿ ਬਿਮਾਰੀਆਂ ਦੇ ਵਿੱਚ ਡਾਈਟਿੰਗ ਦਾ, ਇੱਕ ਡਾਇਟੀਸ਼ੀਅਨ ਦਾ ਕਿੰਨਾ ਰੋਲ ਹੈ, ਹਨਾ, ਆਪਣੇ ਪੇਸ਼ੈਂਟ ਦੇ ਲਈ। ਹਾਂਜੀ, ਇਦਾਂ ਦੀਆਂ ਬਿਮਾਰੀਆਂ ਵਾਲੇ। ਤਾਂ ਇੱਕ ਸ਼ੂਗਰ ਇੱਕ ਐਸੀ ਬਿਮਾਰੀ ਹੈ ਜਿਹੜੀ ਕਹਿੰਦੇ ਨੇ ਮਨੁੱਖ ਦੇ, ਇੱਕ ਹਿਊਮਨ ਦੇ ਕਹਿ ਸਕਦੇ ਉਹਦੇ ਹੱਡਾਂ ਦੇ ਵਿੱਚ ਵੜ ਜਾਂਦੀ ਹੈ ਤੇ ਉਹਨੂੰ ਕੱਢਣਾ ਔਖਾ। ਤਾਂ ਇੱਕ ਡਾਇਟੀਸ਼ੀਅਨ ਜਾਂ ਉਹਦਾ ਡਾਈਟ ਪਲਾਨ ਆ ਕਿ ਕਿਸ ਤਰ੍ਹਾਂ ਦੇ ਨਾਲ ਸ਼ੂਗਰ ਪੇਸ਼ੈਂਟ ਦੇ ਲਈ ਜਿਹੜਾ ਬੈਨੀਫਿਟ ਹੁੰਦਾ ਉਹਨੂੰ। ਐਕਚੁਅਲੀ ਜਿਹੜੀ ਡਾਇਟੀਸ਼ੀਅਨਸ ਵੀ ਨਾ ਤਰ੍ਹਾਂ ਦੀਆਂ ਹੁੰਦੀਆਂ ਨੇ, ਡਿਫਰੈਂਟ, ਜਿਸ ਤਰ੍ਹਾਂ ਮੈਂ ਕਲੀਨਿਕਲ ਡਾਇਟੀਸ਼ੀਅਨ ਆ, ਤੇ ਮੇਰਾ ਜਿਹੜਾ ਮੇਨ ਰੋਲ ਹੈ ਨਾ ਉਹ ਹੈ ਕਿ ਜਿਹੜੇ ਪੇਸ਼ੈਂਟਸ ਨੇ ਜਾਂ ਜਿਹੜੇ ਤੁਸੀਂ ਡਾਕਟਰ ਕੋਲ ਜਿਹੜੇ ਵਿਜ਼ਿਟ ਕਰ ਰਹੇ ਨੇ, ਅਗਰ ਉਹ ਨਾਲ ਨਾ ਆਪਣਾ ਡਾਈਟ ਵੀ ਠੀਕ ਕਰ ਲੈਂਗੇ, ਆਪਣਾ ਲਾਈਫ ਸਟਾਈਲ ਠੀਕ ਕਰ ਲੈਂਗੇ, ਤੇ ਜਿਹੜੀ ਚੀਜ਼ ਸ਼ਾਇਦ ਉਹਨਾਂ ਦੇ ਮਹੀਨੇ ਵਿੱਚ ਜਿਹੜਾ ਦਵਾਈ ਦਾ ਅਸਰ ਹੋਣਾ ਉਹ ਸ਼ਾਇਦ 15 ਡੇਜ਼ ਵਿੱਚ ਹੀ ਉਹ ਕਿਉਰ ਹੋ ਜਾਣਗੇ। ਤੇ ਮੈਂ ਤੇ ਸਾਰਿਆਂ ਨੂੰ ਇਹੀ ਰਿਕੁਐਸਟ ਕਰਨੀ ਹੈ ਕਿ ਅਗਰ ਤੁਸੀਂ, ਰੱਬ ਨਾ ਕਰੇ, ਅਗਰ ਕਿਸੇ ਨੂੰ ਕੋਈ ਬਿਮਾਰੀ ਲੱਗੀ ਹੈ ਤਾਂ ਉਸ ਬਿਮਾਰੀ ਦੇ ਨਾਲ ਆਪਣਾ ਥੋੜਾ, ਕਈ ਕੀ ਸੋਚਦੇ ਨੇ ਕਿ ਅਸੀਂ ਦਵਾਈ ਖਾ ਰਹੇ ਹਾਂ, ਅਸੀਂ ਡਾਕਟਰ ਕੋਲ ਜਾ ਰਹੇ ਹਾਂ। ਡਾਕਟਰ ਕੋਲ ਜ਼ਰੂਰ ਜਾਓ, ਮੈਂ ਨਹੀਂ ਕਹਾਂਗੀ ਤੁਸੀਂ ਡਾਕਟਰ ਕੋਲ ਨਾ ਜਾਓ, ਡਾਕਟਰ ਕੋਲ ਜ਼ਰੂਰ ਜਾਓ, ਬਟ ਉਹਦੇ ਨਾਲ ਆਪਣਾ ਖਾਣੇ ਪੀਣੇ ਦਾ ਜਿਹੜਾ ਤੁਹਾਡਾ ਸਕੇਡਿਊਲ ਹੈ ਉਹਨੂੰ ਠੀਕ ਕਰੋ, ਥੋੜਾ ਆਪਣਾ ਲਾਈਫ ਸਟਾਈਲ ਚੇਂਜ ਕਰੋ। ਕਿਉਂਕਿ ਜਿਸ ਤਰ੍ਹਾਂ ਤੁਸੀਂ ਸ਼ੂਗਰ ਦੀ ਗੱਲ ਕਰ ਰਹੇ ਹੋ, ਡਾਇਬਟੀਜ਼ ਦੀ ਗੱਲ ਕਰ ਰਹੇ ਹੋ, ਅੱਜ ਕੱਲ੍ਹ ਟਾਈਪ 2 ਡਾਇਬਟੀਜ਼ ਤਾਂ ਇੰਨੀ ਜ਼ਿਆਦਾ ਕਾਮਨ ਹੈ ਕਿ ਤੁਸੀਂ ਕਿਹਾ ਹੀ ਹੈ ਕਿ ਹਰ ਦੂਸਰੇ ਘਰ 'ਚ ਤੁਹਾਨੂੰ ਮਿਲੇਗੀ। ਉਹਦੇ ਵਾਸਤੇ ਕੀ ਹੈ ਕਿ ਲੋਕ ਦਵਾਈ ਤਾਂ ਲੈਂਦੇ ਆ, ਦਵਾਈ ਲੈਂਦੇ ਰਹਿਣਗੇ। ਉਹਦੇ ਨਾਲ ਕੀ ਹੋਏਗਾ, ਦਵਾਈ ਦੇ ਵੀ ਤਾਂ ਸਾਈਡ ਇਫੈਕਟ ਹੋਣਗੇ ਨਾ।
ਔਰ ਲੇਟਰ ਸਟੇਜ ਕੀ ਹੋਏਗਾ, ਜਦੋਂ ਤੁਸੀਂ 10-15 ਸਾਲ ਲਗਾਤਾਰ ਸ਼ੂਗਰ ਦੀ ਦਵਾਈ ਲੈ ਰਹੇ ਹੋ, ਫਿਰ ਉਹ ਸਾਈਡ ਇਫੈਕਟਸ ਨਾਲ ਕੀ ਹੋਏਗਾ, ਫਿਰ ਤੁਹਾਨੂੰ ਜਿਸ ਸ਼ੂਗਰ ਨਾਲ ਆਈਜ਼ ਖਰਾਬ ਹੋਣਾ ਸ਼ੁਰੂ, ਨਜ਼ਰ ਆਈਸਾਈਟ ਖਰਾਬ ਹੋ ਜਾਏਗੀ, ਅੱਖਾਂ ਤੇ ਅਸਰ ਪੈਂਦਾ ਹੈ, ਲੀਵਰ ਤੇ, ਕਿਡਨੀ ਤੇ ਅਸਰ ਪਏਗਾ, ਤੁਹਾਡੇ ਫੁੱਟ ਪੈਰਾਂ ਤੇ ਅਸਰ ਪਏਗਾ। ਤੇ ਉਹ ਜਿਹੜੀਆਂ ਚੀਜ਼ਾਂ ਤੋਂ ਬਚਣੇ ਵਾਸਤੇ, ਅਗਰ ਤੁਹਾਨੂੰ ਸ਼ੂਗਰ ਹੋ ਗਿਆ ਹੈ, ਤੇ ਤੁਸੀਂ ਦਵਾਈ ਦੇ ਨਾਲ ਹੀ ਆਪਣਾ ਡਾਈਟ ਵੀ ਸ਼ੁਰੂ ਕਰ ਲੋਗੇ, ਤੇ ਸ਼ਾਇਦ ਉਹ ਸਪੋਜ਼ ਤੁਹਾਡੀ 150 ਤੱਕ ਸ਼ੂਗਰ ਜਾ ਰਹੀ ਹੈ ਜਾਂ 200 ਤੱਕ ਜਾ ਰਹੀ ਹੈ, ਤੇ ਸ਼ਾਇਦ ਉਹਦੇ ਤੋਂ ਅੱਗੇ ਵਧੇ ਹੀ ਨਾ, ਔਰ ਫਿਰ ਉਹ ਘਟਣੀ ਸ਼ੁਰੂ ਹੋ ਜਾਏ। ਔਰ ਇੱਕ ਸਟੇਜ ਉਹ ਵੀ ਆ ਸਕਦੀ ਹੈ ਕਿ ਜਿਸ ਤਰ੍ਹਾਂ ਪ੍ਰੀ ਡਾਇਬਟਿਕ ਹੁੰਦੇ ਨੇ, ਜਿਨ੍ਹਾਂ ਦਾ ਅਜੇ ਮਤਲਬ ਕਿ ਜਿਹੜਾ ਇੱਕ ਟੈਸਟ ਕਰਵਾਉਂਦੇ ਨੇ ਕਿ ਉਹਦੇ ਵਿੱਚ ਅਜੇ ਇੰਨੀ ਜ਼ਿਆਦਾ ਸ਼ੂਗਰ ਸ਼ੋ ਨਹੀਂ ਹੁੰਦੀ, ਬਟ ਇਹ ਹੈ ਕਿ ਉਹਨਾਂ ਨੂੰ ਪ੍ਰੀ ਡਾਇਬਟਿਕ ਸਟੇਜ ਵਿੱਚ ਪਾ ਦਿੰਦੇ ਨੇ ਕਿ ਤੁਹਾਨੂੰ ਖਤਰਾ ਹੈ ਕਿ ਤੁਸੀਂ ਅੱਗੇ ਜਾ ਕੇ ਤੁਸੀਂ ਡਾਇਬਟਿਕ ਹੋ ਸਕਦੇ ਹੋ। तो उन्ना वास्ते तो वो अगर उसी स्टेज पर अपना थोड़ा सा लाइफ स्टाइल चेंज कर लेंगे या अपनी खाने पीने के तरीके चेंज कर लेंगे, तो शायद वो डायबिटिक हो नहीं ना कदे। तो ये मैं सारे नूं कहांगी कि अगर डायबिटीज़ है, डायबिटीज़ नूं रिवर्स भी किया जा सकता है। मैं बड़े सारे पेशेंट ने जिहड़े इंसुलिन ती सी उन्हां नूं दवाई ते लिआंदा, दवाई तो बाद उन्हीं दवाई दी डोज इन्नी घट गई है। तो बिकॉज मैं डायबिटीज़ जिहड़ी एडुकेटर भी हैगी हाँ, तो उहदे अलग ही कोर्स होंदा है, इहदे विच ही साडे डायटीटिक्स विच एक कोर्स होंदा है, वो भी कीता होया। तो उहदे नाल इह है कि जिहड़े डायबिटीज़ नूं किहड़ी स्पैशल फूड चाहिदे हुंदे ने, किस टाइम तक खाना, किन्ना तुसीं कंट्रोल करना। और इन्हां दा मेन की हुंदा है, कई बारी वेट वधना शुरू हो जाता है डायबिटिक्स का। वेट बढ़ेगा तो फिर क्या होएगा, हार्ट प्रॉब्लम हो जाएगी, कोलेस्ट्रॉल बढ़ जाएगा, ट्राइग्लिसराइड बढ़ जाएंगे। तो वो सारिया चीज़ों, क्योंकि ओवरऑल डायबिटीज़ में की कहने हैं कि इट्स लाइक जिसे कहते हैं ना दूल्हा बरात विच जिस तरह वो आया, तो वो फिर की करेगा अपने नाल ना होर पूरी बरात नूं लेके आएगा। तो वो आया तो उन बरात तो आनी, उहदे नाल फिर बरात की है बीमारियां, जिहड़ियां अलग अलग बीमारियां आनियां ने। तो इस तो अच्छा है कि जदों डायबिटीज़ अगर किसी नूं डायग्नोस हो ही गई है तो उन्नू उत्थे ही रोक दिता जाए, ना कि तुसीं ये वेट करो कि कोई गल नहीं, मैं अगर एक टिक्की खानी है तो 2 साल बाद 2 खा लांगी। दैट इज नॉट अ क्योर ना, वो कोई परमानेंट इलाज नहीं है जो तक तुसीं लाइफ स्टाइल नहीं चेंज करोगे। बिल्कुल, अब मतलब तुहाडा खान पीन की है, ये सब तो ज्यादा मैटर करदा है एक जिन्नू शुगर पेशेंट दे लिए। हाँ जी। तो डॉक्टर साहब ਆਪਾਂ ਅੱਗੇ ਵੀ ਗੱਲ ਕਰਾਂਗੇ। ਮੇਰੇ ਗੱਲ ਕਰਦੇ ਕਰਦੇ ਜ਼ਿਹਨ ਦੇ ਵਿੱਚ ਇੱਕ ਬੜਾ ਜ਼ਰੂਰੀ ਸਵਾਲ ਆਇਆ, ਕਿਉਂਕਿ ਨਾ ਜਿਹੜੇ ਵੀ ਪੇਸ਼ੈਂਟ ਹੁੰਦੇ ਆ, ਇਨਕਲੂਡਡ ਮੀ, ਸਾਡੇ ਵਰਗੇ ਲੋਕ ਨਾ ਰਿਜ਼ਲਟ ਬਹੁਤ ਜਲਦੀ ਮੰਗਦੇ ਆ। ਕਿ ਤੁਹਾਨੂੰ ਵੀ ਐਸਾ ਕਦੀ ਮਤਲਬ ਹੁੰਦਾ ਤੁਹਾਡੇ ਪੇਸ਼ੈਂਟਸ ਦੇ ਵਿੱਚ ਵੀ ਕਿ ਜਦੋਂ ਇੱਕ ਡਾਈਟੀਸ਼ੀਅਨ ਕੋਲ ਜਾਂਦੇ ਤੇ ਅਸੀਂ ਸਬਰ ਜਿਹਾ ਥੋੜਾ ਘੱਟ ਰੱਖਦੇ ਆ? ਐਕਚੁਅਲੀ ਜਿਹੜਾ ਫੂਡ ਹੁੰਦਾ ਨਾ, ਦੇਖੋ ਹੁਣ ਅਸੀਂ ਮੈਂ ਆਪਣੀ ਗੱਲ ਹੀ ਕਰਾਂ, ਹੁਣ ਜਿਹੜੀ ਚੀਜ਼ ਮੈਂ ਬਚਪਨ ਤੋਂ ਖਾਂਦੀ ਆ ਰਹੀ ਹਾਂ, ਹੈ ਨਾ, रूटीन बनी हुई है कि ਅਸੀਂ शुरू ਤੋਂ ਉਹ ਚੀਜ਼ ਖਾ ਰਹੇ ਹਾਂ, ਜਿਸ ਤਰ੍ਹਾਂ ਰੋਟੀ ਲਗਾ ਲਓ ਜਾਂ ਚਾਵਲ ਲਗਾ ਲਓ। ਹੁਣ ਇੱਕ ਨਾ ਮਿੱਥ ਜੇ ਬਣੇ ਹੁੰਦੇ ਨੇ ਕਿ ਅਸੀਂ ਨਾ ਹੁਣ ਇਹ ਚੇਂਜ ਕੀਤਾ, ਹੁਣ ਸਾਨੂੰ 15 ਦਿਨ 'ਚ ਹੀ ਅਸਰ ਆ ਜਾਏ। ਆਂਦਾ ਲੋਕਾਂ ਨੂੰ ਅਸਰ ਹੁੰਦਾ, ਜਿਸ ਤਰ੍ਹਾਂ ਡਾਇਬਟਿਕਸ ਨੂੰ ਤਾਂ ਹੁੰਦਾ 15 ਦਿਨ ਬਾਅਦ ਹੀ ਉਹਨਾਂ ਦੇ ਰਿਜ਼ਲਟ ਆਉਣਾ ਸ਼ੁਰੂ ਹੋ ਜਾਏਗਾ। ਉਹਨਾਂ ਦੀ ਸ਼ੂਗਰ ਜਿਹੜੀ ਸਵੇਰੇ ਉੱਠ ਕੇ ਸ਼ੂਗਰ ਵਧੀ ਹੁੰਦੀ ਹੈ ਜਾਂ ਖਾਣਾ ਖਾਣੇ ਤੋਂ ਬਾਅਦ ਵੱਧ ਜਾਂਦੀ ਹੈ, ਉਹ ਕੰਟਰੋਲ 'ਚ ਆਉਣਾ ਸ਼ੁਰੂ ਹੋ ਜਾਏਗੀ ਉਹਨਾਂ ਦੀ ਵਿਦਿਨ 15 ਡੇਜ਼, ਮਤਲਬ ਉਹਨਾਂ ਦਾ ਠੀਕ ਹੋਣਾ ਸ਼ੁਰੂ ਹੋ ਜਾਏਗਾ। ਬਟ ਇਟ ਟੇਕਸ ਟਾਈਮ। ਉਹ ਇਹ ਨਹੀਂ ਸੋਚਦੇ ਕਿ ਅਗਰ ਤੁਸੀਂ ਦਵਾਈ ਵੀ ਤਾਂ ਖਾ ਰਹੇ ਹੋ ਨਾ ਇੰਨੇ ਸਾਲਾਂ ਦੀ, ਉਹ ਨਹੀਂ ਸੋਚੋਗੇ ਕਿ ਮੈਂ ਦਵਾਈ, ਜਾਂ ਜਿਸ ਤਰ੍ਹਾਂ ਕਈ ਮੋਟੇ ਲੋਕ ਆਉਂਦੇ ਨੇ, ਜਿਸ ਤਰ੍ਹਾਂ ਜਿਨ੍ਹਾਂ ਦਾ ਵੇਟ ਜ਼ਿਆਦਾ ਹੈ, ਤੁਸੀਂ ਇਹ ਵੀ ਤਾਂ ਸੋਚੋ ਨਾ, ਇੰਨਾ ਵੇਟ ਵਧਾਣੇ 'ਚ ਵੀ ਤਾਂ ਕਿੰਨੇ ਸਾਲ ਲੱਗੇ ਨਾ। ਹੁਣ ਇਹਨੂੰ ਜਦੋਂ ਘਟਾਣਾ ਤਾਂ ਉਹ ਮਹੀਨੇ 'ਚ ਤਾਂ ਘਟੇਗਾ ਨਹੀਂ ਨਾ, ਉਹਨੂੰ ਥੋੜਾ ਜਿਹਾ ਟਾਈਮ ਤਾਂ ਲੱਗੇਗਾ ਨਾ। ਤੇ ਇਸ ਤਰ੍ਹਾਂ ਹੀ ਹਰ ਬਿਮਾਰੀ ਦਾ ਵੀ ਇਹੀ ਹੈ। ਹੁਣ ਡਾਇਬਟੀਜ਼ ਇਹੋ ਜਿਹੀ ਬਿਮਾਰੀ ਤਾਂ ਹੈ ਨਹੀਂ ਕਿ ਸਰਦੀ ਜ਼ੁਕਾਮ ਕੀ 4 ਦਿਨ 'ਚ ਨਿਕਲ ਜਾਏਗਾ। ਉਹਨੂੰ ਥੋੜਾ ਜਿਹਾ ਟਾਈਮ ਦਿਓ, ਮੰਥ ਤੇ 15 ਦਿਨ, ਮੰਥ ਤੇ ਮੈਕਸਿਮਮ ਮੰਥ ਦੇ ਅੰਦਰ ਤੁਹਾਨੂੰ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਏਗੇ। ਤੁਹਾਡੀ ਮੈਡੀਸਨ ਦੀ ਡੋਜ਼ ਜਿਹੜੀ ਆ ਉਹ ਘੱਟ ਹੋਣਾ ਸ਼ੁਰੂ ਹੋ ਜਾਏਗੀ। ਬਿਲਕੁਲ ਡਾਕਟਰ ਸਾਹਿਬ, ਇਸ ਸਮੇਂ ਜਿਹੜੀ ਬਹੁਤ ਹੀ ਕਾਮਨ ਅੱਜ ਕੱਲ੍ਹ ਸਾਰਿਆਂ ਨੂੰ, ਜਿੱਦਾਂ ਆਪਾਂ ਡਾਇਬਟੀਜ਼ ਦੀ ਗੱਲ ਕੀਤੀ ਆ, ਉੱਥੇ ਹੀ ਲੀਵਰ ਦੀਆਂ ਬਹੁਤ ਸਾਰੀਆਂ ਇਹੋ ਜਿਹੀਆਂ ਬਿਮਾਰੀਆਂ ਨੇ ਜਿਹੜੀ ਆਪਾਂ ਇਹ ਸੋਚਦੇ ਹਾਂ ਕਿ ਕਈ ਵਾਰੀ ਇਨਸਾਨ ਸੋਚਦਾ ਕਿ ਲੀਵਰ ਦੀ ਇਹ ਬਿਮਾਰੀ ਮੈਨੂੰ ਕਿੱਦਾਂ ਹੋ ਸਕਦੀ, ਮੈਂ ਤਾਂ ਇਹ ਚੀਜ਼ ਕਰਦਾ ਹੀ ਨਹੀਂ, ਹਨਾ। ਕਈ ਵਾਰੀ ਸਾਡੇ, ਚਾਹੇ ਆਪਾਂ ਇੱਕ ਡਰਿੰਕ ਨੂੰ ਲੈ ਲਈਏ, ਦਿਮਾਗ ਦੇ ਵਿੱਚ ਲੀਵਰ ਫੈਟੀ ਹੋ ਗਿਆ ਜਾਂ ਲੀਵਰ ਨੂੰ ਕੁਛ ਐਦੀ ਬਿਮਾਰੀ ਹੋ ਗਿਆ, ਇਨਸਾਨ ਕਹਿੰਦਾ ਮੈਂ ਤਾਂ ਅਲਕੋਹਲ ਲੈਂਦਾ ਹੀ ਨਹੀਂਗਾ, ਮੈਨੂੰ ਇਹ ਕਿੱਦਾਂ ਹੋ ਗਿਆ। ਕਿਆ ਉਹਨਾਂ ਬਿਮਾਰੀਆਂ ਦੇ ਲਈ ਵੀ ਕੁਛ ਐਸੇ ਕਿ ਇੱਕ ਡਾਈਟੀਸ਼ੀਅਨ ਮਦਦ ਕਰ ਸਕਦਾ ਹੈ? ਹਾਂਜੀ, ਡੈਫੀਨੇਟਲੀ। ਲੀਵਰ ਦੀ ਜਿਹੜੀ ਪ੍ਰੋਬਲਮ ਹੈ ਉਹ ਤਾਂ ਹੈ ਹੀ ਡਾਈਟ ਰਿਲੇਟਿਡ। ਫੈਟੀ ਲੀਵਰ ਤਾਂ ਅੱਜ ਕੱਲ੍ਹ ਹਰ ਦੂਸਰੇ ਬੰਦੇ ਨੂੰ ਫੈਟੀ ਲੀਵਰ ਹੈ। ਔਰ ਫੈਟੀ ਲੀਵਰ ਅਗਰ ਤੁਸੀਂ ਕੰਟਰੋਲ ਨਹੀਂ ਕਰੋਗੇ, ਉਹਨੂੰ ਕਿਉਰ ਨਹੀਂ ਕਰੋਗੇ, ਤਾਂ ਅੱਗੇ ਚੱਲ ਕੇ ਫਿਰ ਕੀ ਹੋਏਗਾ, ਪਹਿਲੇ grade 1, grade 2, ਦੈਨ ਲੀਵਰ ਫਾਈਬਰੋਸਿਸ, ਫਿਰ ਸੀਰੋਸਿਸ। दैट इज एंड स्टेज ऑफ लीवर डिजीज। तो ਉਹਦੇ 'ਚ ਕੀ ਹੈ, ਹੁਣ ਜ਼ਰੂਰੀ ਨਹੀਂ ਹੈ ਕਿ ਜਿਹੜਾ ਬੰਦਾ ਸ਼ਰਾਬ ਪੀਂਦਾ, ਡਰਿੰਕ ਕਰਦਾ ਜਾਂ ਜ਼ਿਆਦਾ ਨੌਨ ਵੈਜ ਖਾਂਦਾ ਉਹਨੂੰ ਹੀ ਫੈਟੀ ਲੀਵਰ ਹੋਏ ਜਾਂ ਉਹਨੂੰ ਹੀ ਲੀਵਰ ਦੀ ਪ੍ਰੋਬਲਮ ਹੋਏ।
ਮੇਰੇ ਕੋਲ 80% ਜਿਹੜੇ ਲੋਕ ਆਉਂਦੇ ਲਿਵਰ ਵਾਲੇ ਉਹ ਸਾਰੇ ਉਹ ਨੇ ਜਿਹੜੇ ਨਾਨ ਐਲਕੋਹਲਿਕ ਲਿਵਰ ਡਿਜ਼ੀਜ਼ ਉਹਨਾਂ ਨੂੰ ਹੁੰਦੀ ਹੈ। ਉਹਨਾਂ ਨੇ ਕਦੇ ਵਿਚਾਰਿਆਂ ਨੇ ਡਰਿੰਕ ਕਰਨਾ ਜਾਂ ਸਮੋਕ ਕਰਨਾ ਉਹਨਾਂ ਦੀ ਲਾਈਫ 'ਚ ਹੀ ਨਹੀਂ ਹੈ। ਵੈਜੀਟੇਰੀਅਨ ਲੋਕਾਂ ਦੇ, ਕਿਉਂਕਿ ਸਾਡਾ ਅਡਲਟ੍ਰੇਸ਼ਨ ਅੱਜ ਕੱਲ੍ਹ ਇੰਨੀ ਜ਼ਿਆਦਾ ਹੈ, ਸਾਡੀ ਵੈਜੀਟੇਬਲਸ ਵਿੱਚ ਇੰਨੇ ਪੈਸਟੀਸਾਈਡਸ ਨੇ, ਸਭ ਕੁਝ ਤਾਂ ਅਡਲਟਰੇਟ, ਸਾਰਿਆਂ ਵਿੱਚ ਅਡਲਟ੍ਰੇਸ਼ਨ ਹੈ। ਤੁਸੀਂ ਆਪਣੇ ਦੁੱਧ ਲੈ ਲਓ, ਪਿਓਰ ਤਾਂ ਕੁਝ ਵੀ ਨਹੀਂ ਮਿਲਦਾ। ਤੇ ਇਹੀ ਚੀਜ਼ਾਂ ਜਿਹੜੀਆਂ ਨੇ ਉਹ ਸਾਡੇ ਲਿਵਰ ਤੇ ਅਸਰ ਪਾ ਰਹੀਆਂ ਨੇ। ਤੇ ਉਹ ਲਿਵਰ ਜਿਹੜਾ ਤੁਹਾਡਾ ਡੈਫੀਨੇਟਲੀ ਲਿਵਰ ਪੇਸ਼ੈਂਟਸ ਨੂੰ ਡਾਈਟ ਦੇ ਨਾਲ ਬੜੀ ਜਲਦੀ ਅਸਰ ਹੁੰਦਾ ਹੈ। ਔਰ ਮੇਰੇ ਕੋਲ ਤਾਂ ਲਿਵਰ ਵਾਲੇ ਪੇਸ਼ੈਂਟ ਕਾਫੀ ਜ਼ਿਆਦਾ ਆਉਂਦੇ ਆ ਔਰ 100% ਸਕਸੈਸ ਰੇਟ ਹੈ। ਜਿੰਨੇ ਵੀ ਲਿਵਰ ਵਾਲੇ ਫੈਟੀ ਲਿਵਰ ਗ੍ਰੇਡ 2 ਆਏ, ਲਿਵਰ ਫਾਈਬਰੋਸਿਸ ਵਾਲੇ ਆਏ, ਉਹਨਾਂ ਦਾ, ਕਿਉਂਕਿ ਉਹ ਪਿੱਛੇ ਨੂੰ ਜਾਏਗੀ ਨਾ ਪ੍ਰੋਬਲਮ। ਇੱਕਦਮ ਤੇ ਲਿਵਰ ਫਾਈਬਰੋਸਿਸ ਵਾਲਾ ਬੋਲੇ ਕਿ ਮੈਂ ਮਹੀਨੇ ਦੇ ਅੰਦਰ ਹੀ ਮੇਰਾ ਗ੍ਰੇਡ 1 ਲਿਵਰ ਹੋ ਜਾਏ, ਉਹ ਫੈਟੀ ਲਿਵਰ ਹੋ ਜਾਏ, ਉਹ ਪੋਸੀਬਲ ਨਹੀਂ ਹੈ। ਇਟ ਵਿਲ ਟੇਕ ਟਾਈਮ, 2-3 ਮੰਥਸ ਲੱਗਣਗੇ, ਬਟ ਡੈਫੀਨੇਟਲੀ ਹੀਲਿੰਗ ਹੋ ਜਾਏਗੀ। ਡਾਕਟਰ ਸਾਹਿਬ, ਇੱਕ ਡਾਈਟੀਸ਼ੀਅਨ ਹੋਣ ਦੇ ਨਾਤੇ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਜਦੋਂ ਵਿਚਰਦੇ ਹੋ, ਪਰਿਵਾਰ ਨੂੰ ਵੀ ਸਾਹਮਣਾ ਕਰਨਾ ਪੈਂਦਾ ਇਦਾਂ ਦੀਆਂ ਚੀਜ਼ਾਂ ਦਾ ਕਿ ਘਰ ਦੇ ਵਿੱਚ ਸਾਡੇ ਵੈਦ ਹੈ ਔਰ ਸਾਡੇ ਖਾਣ ਪੀਣ ਤੇ ਪੂਰਾ ਹਿਸਾਬ ਕਿਤਾਬ ਹੈ। ਡੈਫੀਨੇਟਲੀ ਬੰਦੇ ਨੂੰ ਜਿੱਥੇ ਮੌਕਾ ਲੱਗਦਾ, ਕਿਉਂਕਿ ਬੀਇੰਗ ਏ ਡਾਈਟੀਸ਼ੀਅਨ, ਜਦੋਂ ਮੇਰੇ ਸਾਹਮਣੇ ਕੋਈ ਇਸ ਤਰ੍ਹਾਂ ਦੀ ਚੀਜ਼ ਖਾ ਰਿਹਾ ਹੁੰਦਾ ਤਾਂ ਉਹ ਤੁਹਾਡੇ ਕੋਲ ਬੋਲੇ ਵੀ ਨਾ ਨਹੀਂ ਰਿਹਾ ਜਾਂਦਾ ਨਾ, ਤੁਸੀਂ ਬੋਲ ਦਿੰਦੇ ਹੋ। ਬਟ ਠੀਕ ਹੈ, ਹੁਣ ਜਿੰਨਾ ਕੋਈ ਸੁਣਦਾ ਠੀਕ ਹੈ, ਬਟ ਟੱਚਵੁੱਡ ਮੇਰੀ ਪੂਰੀ ਫੈਮਿਲੀ ਫਿੱਟ ਹੈ, ਤੁਸੀਂ ਦੇਖੀ ਹੈ। ਹਾਂਜੀ, ਬਿਲਕੁਲ। ਸਾਰੀ ਫੈਮਿਲੀ ਫਿੱਟ ਹੈ, ਕਿਸੇ ਨੂੰ ਵੀ ਕੋਈ ਟੱਚਵੁੱਡ ਕੋਈ ਪ੍ਰੋਬਲਮ ਨਹੀਂ ਹੈ, ਆਲ ਆਰ ਫਿਟ। ਲੇਕਿਨ ਉਹ ਮੇਰਾ, ਅਗਰ ਮੈਂ ਕਹਾਂ ਕਿ ਮੇਰੀ ਗੱਲ ਮੰਨਦੇ ਨਾ, हाँ कुछ मंदे ना कि मेरे हस्बैंड मंदे ना, बाकी लोग नहीं मंदे, बच्चे नहीं मंदे। बच्चों ਨੂੰ ਹੁੰਦਾ ਕਿ ਅਸੀਂ ਲੇਕਿਨ ਫਿਰ ਵੀ ਥੋੜਾ ਬਹੁਤ ਅਸਰ ਤਾਂ ਹੁੰਦਾ ਹੀ ਹੈ ਨਾ, ਜਦੋਂ ਦੇਖਦੇ ਨੇ ਮੇਰੀ ਵੀਡੀਓਜ਼ ਦੇਖਦੇ ਨੇ, ਫਿਰ ਉਹਨਾਂ ਨੂੰ ਲੱਗਦਾ ਅੱਛਾ ਅਗਰ ਬਾਹਰ ਲੋਕਾਂ ਨੂੰ ਇੰਨਾ ਫਰਕ ਪੈ ਰਿਹਾ ਤੇ ਫਿਰ ਪੁੱਛਦੇ ਤਾਂ ਰਹਿੰਦੇ ਹੀ ਨਾ ਘਰ ਦੇ ਲੋਕ ਵੀ। ਬਿਲਕੁਲ, ਕਿਉਂਕਿ ਮੈਂ ਇੱਥੇ ਜ਼ਰੂਰ ਸਾਂਝਾ ਕਰਨਾ ਚਾਹਾਂਗੀ ਕਿ ਸਾਡੇ, ਜਿੱਦਾਂ ਮੈਂ ਡਾਕਟਰ ਸਾਹਿਬ ਨਾਲ ਗੱਲ ਕਰ ਰਹੀ ਹਾਂ, ਸਾਡੇ ਹੀ ਪਰਿਵਾਰ ਦੇ ਵਿੱਚੋਂ ਹੈਗੇ ਨੇ ਤੇ ਬੜਾ ਪ੍ਰਾਊਡ ਫੀਲ ਹੁੰਦਾ ਸੀ ਮੈਨੂੰ ਪਹਿਲਾਂ ਵੀ ਕਿ ਹਾਂ, ਮਤਲਬ ਡਾਕਟਰ ਸਾਹਿਬ ਦੀਦੀ ਅਸੀਂ ਤੁਹਾਨੂੰ ਕਹਿੰਦੇ ਆ ਕਿ ਹਾਂ ਦੇਖੋ, ਸਾਰੇ ਸਾਨੂੰ ਕਹਿੰਦੇ ਨੇ ਕਿ ਦੇਖੋ ਕਿੰਨਾ ਲੋਕਾਂ ਦਾ ਭਲਾ ਵੀ ਕਰ ਰਹੇ ਨੇ। ਔਰ ਸਾਨੂੰ ਹਮੇਸ਼ਾ ਹੁੰਦਾ ਸੀ ਕਿ ਅਸੀਂ ਬੈਠ ਕੇ ਤੁਹਾਡੇ ਨਾਲ ਨਾ, ਜੋ ਤੁਹਾਡੀ ਲਾਈਫ ਦੇ ਵਿੱਚ ਜੋ ਤੁਸੀਂ ਅਚੀਵ ਕੀਤਾ ਜਾਂ ਤੁਸੀਂ ਕਿਸੇ ਦੇ ਲਈ ਕਰ ਰਹੇ ਹੋ, ਜ਼ਰੂਰ ਜਾਣੀਏ, ਹਨਾ। ਅੱਜ ਮੌਕਾ ਮਿਲਿਆ ਹੈਗਾ ਮੈਨੂੰ, ਮੌਕਾ ਜਦੋਂ ਮੈਨੂੰ ਮਿਲਿਆ ਮੈਨੂੰ ਬੜੀ ਖੁਸ਼ੀ ਵੀ ਹੋਈ ਉਸ ਚੀਜ਼ ਦੇ ਨਾਲ। ਤੇ ਜਿੱਦਾਂ ਮੈਂ ਪਹਿਲਾਂ ਵੀ ਇਹ ਕਹੀ ਸੀ, ਮੈਂ ਕਿਹਾ ਸੀਗਾ ਕਿ ਡਾਕਟਰ ਸਾਹਿਬ ਮੈਂ ਬਹੁਤ ਸਾਰੀਆਂ ਪ੍ਰੋਬਲਮਸ ਉਹੀ ਪੁੱਛ ਲੈਂਦੀ ਹੁੰਦੀ ਜਿਹੜੀਆਂ ਮੈਨੂੰ ਲੱਗਦਾ ਹੁੰਦੀ ਸ਼ਾਇਦ ਮੈਂ ਆਪਦੇ ਆਸੇ-ਪਾਸੇ ਦੇਖੀਆਂ ਨੇ ਔਰ ਉਹ ਘਟ ਰਿਹਾ ਹੈ ਸਾਡੇ ਨਾਲ, ਹਨਾ। ਤੇ ਡਾਕਟਰ ਸਾਹਿਬ, ਹੁਣ ਇਸ ਸਮੇਂ ਦੀ ਮੈਨੂੰ ਲੱਗਦਾ ਕਿ ਇੱਕ ਬੜਾ ਜ਼ਿਆਦਾ ਇੱਕ ਚੈਲੰਜ ਜਿਹਾ ਬਣਿਆ ਹੋਇਆ ਵਾ, ਜਿਹੜੀਆਂ ਇਸ ਸਮੇਂ ਸਾਡੀਆਂ ਬੱਚੀਆਂ ਨੇ, ਹਨਾ, ਜਾਂ ਲੇਡੀਜ਼ ਨੇ, ਉਹਨਾਂ ਦੇ ਵਿੱਚ PCOD ਦੀ ਪ੍ਰੋਬਲਮ। ਤੁਸੀਂ ਜਿੱਦਾਂ ਮੈਂ ਡਾਇਬੀਟੀਜ਼ ਦੀ ਗੱਲ ਕੀਤੀ ਹੈ ਨਾ, ਤੁਸੀਂ ਹਰ ਇੱਕ ਤੀਜੀ ਔਰਤ ਨੂੰ ਪੁੱਛੋਗੇ ਉਹਨਾਂ ਦੇ ਵਿੱਚ ਇਹ ਪ੍ਰੋਬਲਮ ਬਹੁਤ ਜ਼ਿਆਦਾ, ਹਾਂਜੀ, ਹਨਾ। ਤਾਂ ਉਹਨਾਂ ਦੇ ਲਈ ਕਿੰਨਾ, ਕਿਉਂਕਿ ਮੈਂ YouTube ਦੇ ਉੱਤੇ ਵੀ ਦੇਖਿਆ 2-4 ਵਾਰੀ, ਡਾਕਟਰ ਮੈਨੂੰ ਯਾਦ ਨਹੀਂ ਹੈ ਹੁਣ ਉਹਨਾਂ ਦਾ, ਕਿਉਂਕਿ ਕਿਸੇ ਨੂੰ ਪ੍ਰੋਬਲਮ ਸੀ, ਉਹ ਕਹਿੰਦੇ ਅਸੀਂ YouTube ਤੋਂ ਦੇਖਦੇ ਹਾਂ। ਮੈਂ ਵੀ ਸਵਾਲ ਹੀ ਇੱਕ ਹੈਗਾ ਕਿ ਕਿਆ ਅਸੀਂ ਆਪਣੇ ਡਾਈਟ ਪਲਾਨਸ ਨੇ ਜਿਹੜੇ ਉਹ ਸਾਨੂੰ ਠੀਕ ਰਹੇਗਾ ਕਿ ਅਸੀਂ ਉਹ YouTube ਦੇ ਉੱਤੋਂ ਜਿਵੇਂ ਉਹ ਕਹਿੰਦੇ ਉਵੇਂ ਹੀ ਕਰਦੇ ਰਹੀਏ? ਤੁਸੀਂ ਜਿਹੜੀ PCOD ਦੀ ਗੱਲ ਕੀਤੀ ਹੈ ਨਾ, PCOD ਜਾਂ PCOS, ਇਹ ਜਿਹੜੀ ਪ੍ਰੋਬਲਮ ਹੈ ਨਾ, ਇਹ ਅੱਜ ਕੱਲ੍ਹ ਨਾ ਗਰਲਸ ਵਿੱਚ ਬਹੁਤ ਜ਼ਿਆਦਾ ਹੋ ਗਈ ਹੈ। ਲੇਡੀਜ਼ ਤਾਂ ਛੋੜੋ, 10-12 ਸਾਲ ਦੇ ਜਿਹੜੇ ਛੋਟੇ ਬੱਚੇ ਨੇ ਨਾ, ਜਿਸ ਤਰ੍ਹਾਂ ਹੀ ਉਹਨਾਂ ਦੇ ਲਾਈਕ ਪੀਰੀਅਡ ਸਟਾਰਟ ਹੁੰਦੇ ਨਾ, ਔਰ ਉਹਨਾਂ ਨੂੰ ਨਾਲ ਹੀ PCOD ਡਾਇਗਨੋਸ ਹੋ ਜਾਂਦਾ ਹੈ। ਇਹਦਾ ਸਭ ਤੋਂ ਮੇਨ ਰੀਜ਼ਨ ਜਿਹੜਾ ਉਹ ਹੈ, ਜਿਹੜਾ ਹਾਰਮੋਨਸ ਅਸੀਂ ਦਿੰਦੇ ਹਾਂ ਆਪਣੀਆਂ ਐਨੀਮਲਸ ਨੂੰ, ਗਾਵਾਂ ਨੂੰ ਜਾਂ ਮੱਝਾਂ ਨੂੰ ਜਿਹੜਾ ਦਿੰਦੇ ਆ, ਉਹ ਜਿਹੜਾ ਹਾਰਮੋਨ ਦਿੰਦੇ ਆ ਉਹਨਾਂ ਦੇ ਦੁੱਧ ਵਧਾਉਣ ਵਾਸਤੇ, ਲੈਕਟੇਸ਼ਨ ਵਾਸਤੇ ਦਿੰਦੇ ਆ ਨਾ, ਉਹ ਹਾਰਮੋਨ ਜਿਹੜਾ ਉਹ ਡਾਇਰੈਕਟ ਦੁੱਧ ਵਿੱਚ ਆਉਂਦਾ, ਔਰ ਜਦੋਂ ਉਹ ਦੁੱਧ ਉਹ ਬੱਚੇ ਪੀਂਦੇ ਆ ਤੇ ਉਹ ਉਹਨਾਂ ਦਾ ਅੰਦਰ ਹਾਰਮੋਨਲ ਇੰਬੈਲੈਂਸ ਹੋ ਜਾਂਦਾ ਹੈ। ਤੇ ਇਹ ਜਿਹੜੀ ਪ੍ਰੋਬਲਮ ਹੈ, ਇਹਦਾ ਵੀ ਸੇਮ ਜਿਸ ਤਰ੍ਹਾਂ ਇਨਸੂਲਿਨ ਰੈਜ਼ਿਸਟੈਂਸ ਹੋ ਜਾਂਦੀ ਹੈ ਬੋਡੀ ਡਾਇਬੀਟੀਜ਼ ਵਿੱਚ, ਇਹਦੇ 'ਚ ਵੀ ਉਹੀ ਹੁੰਦਾ, ਇਨਸੂਲਿਨ ਰੈਜ਼ਿਸਟੈਂਸ ਹੋ ਜਾਂਦੀ ਹੈ ਬੋਡੀ। ਤੇ PCOD ਜਾਂ PCOS ਵਾਲਿਆਂ ਨੂੰ ਡਾਇਬੀਟੀਜ਼ ਹੋਣੇ ਦਾ ਵੀ ਬਹੁਤ ਜ਼ਿਆਦਾ ਰਿਸਕ ਰਹਿੰਦਾ ਅੱਗੇ ਜਾ ਕੇ ਨਾ। ਤੇ ਬੱਚਿਆਂ ਨੂੰ ਮੈਂ ਤੇ ਖਾਸ ਕਰ ਸਾਰਿਆਂ ਨੂੰ ਇਹੀ ਬੋਲਾਂਗੀ ਕਿ ਜਿਹੜੇ ਗਰਲਸ, ਤੁਹਾਡਾ ਗਰਲ ਚਾਈਲਡ ਹੈ ਨਾ, ਉਹਨੂੰ ਦੁੱਧ ਜਿਹੜਾ ਨਾ ਉਹ ਘੱਟ ਤੋਂ ਘੱਟ ਦਿਓ, ਉਹਨੂੰ ਦੁੱਧ ਨਾ ਦਿਓ ਜ਼ਿਆਦਾ। ਉਹਨੂੰ ਤੁਸੀਂ ਦੁੱਧ ਦੀ ਦੂਸਰੀ ਫਾਰਮ ਦੇ ਸਕਦੇ ਹੋ, ਦਹੀਂ ਦੇ ਸਕਦੇ ਹੋ, ਲੱਸੀ ਦੇ ਸਕਦੇ ਹੋ, ਪਨੀਰ ਦੇ ਸਕਦੇ ਹੋ, ਬਟ ਉਹਨੂੰ ਦੁੱਧ ਨਾ ਦਿਓ, ਕਿਉਂਕਿ ਦੁੱਧ ਵਿੱਚ ਉਹ ਜਿਹੜਾ ਹਾਰਮੋਨ ਹੈ ਉਹ ਪਾਸ ਹੋ ਜਾਂਦਾ ਹੈ, ਬੱਚੇ ਦੇ ਵਿੱਚ ਪਾਸ ਹੋ ਜਾਂਦਾ, ਜਿਹੜਾ ਵੀ ਉਹਨੂੰ ਪੀਏਗਾ, ਕੰਜ਼ਿਊਮ ਕਰੇਗਾ। ਮੁੰਡਿਆਂ ਨੂੰ ਤਾਂ ਫਰਕ ਨਹੀਂ ਪੈਂਦਾ, ਬਟ ਗਰਲਸ ਨੂੰ ਇਹ ਪ੍ਰੋਬਲਮ ਕ੍ਰੀਏਟ ਕਰਦਾ ਹੈ।
ਤੇ ਦੂਸਰਾ ਇਹ ਹੈ ਕਿ ਬੱਚੇ ਜਿਹੜੇ ਛੋਟੀਆਂ ਗਰਲਸ ਨੇ ਉਹਨਾਂ ਦਾ weight ਜਿਹੜਾ ਨਾ ਉਹ ਕੰਟਰੋਲ ਵਿੱਚ ਰੱਖੋ, ਇਹਨਾਂ ਨੂੰ ਜੰਕ ਫੂਡ ਘੱਟ ਤੋਂ ਘੱਟ ਖਿਲਾਓ ਥੋੜਾ, ਕਿਉਂਕਿ ਗਰਲਸ ਦਾ ਅੱਗੇ ਲਾਈਫ ਜਿਹੜੀ ਹੈ ਨਾ ਬੜੀ ਚੈਲੰਜਿੰਗ ਹੁੰਦੀ ਹੈ, ਮਤਲਬ ਕਿ ਹੈ ਨਾ ਉਹ ਉਹਨਾਂ ਨੇ ਬੜੇ ਫੇਜ਼ਿਸ ਵਿੱਚ ਜਾਣਾ ਹੁੰਦਾ ਨਾ, ਹਾਰਮੋਨਲ ਇੰਬੈਲੈਂਸ ਬਾਡੀਜ਼ ਬਾਰ-ਬਾਰ ਬੜੀ ਵਾਰ ਹੁੰਦਾ ਹੈ। ਇਸ ਕਰਕੇ ਅਗਰ ਉਹਨਾਂ ਦੀ ਅਸੀਂ ਸ਼ੁਰੂ ਤੋਂ ਹੀ ਉਹਨਾਂ ਦੇ ਡਾਈਟ ਕੰਟਰੋਲ ਰੱਖਾਂਗੇ, ਥੋੜਾ ਡਾਈਟ ਅੱਛੀ ਰੱਖਾਂਗੇ ਨਾ, ਉਹਨਾਂ ਨੂੰ ਹੈਲਦੀ ਦਿਓ, ਸਭ ਕੁਝ ਹੈਲਦੀ ਦਿਓ, ਜੰਕ ਨਾ ਦਿਓ, ਉਹਨਾਂ ਦਾ weight ਜਿਹੜਾ ਨਾ ਮੈਨੇਜ ਕਰਕੇ ਰੱਖੋ। ਅਗਰ ਓਵਰਵੇਟ ਨੇ ਤਾਂ ਉਹਨਾਂ ਨੂੰ PCOD ਹੋਣੇ ਦੇ ਚਾਂਸਿਸ ਥੋੜੇ ਹੋਰ ਜ਼ਿਆਦਾ ਵੱਧ ਜਾਂਦੇ ਨੇ। ਅਗਰ ਗਰਲ ਪਤਲੀ ਹੈ ਤਾਂ ਉਹਨੂੰ ਸ਼ਾਇਦ ਚਾਂਸਿਸ ਘੱਟ ਹੋਣਗੇ, ਅਗਰ ਉਹਦਾ weight ਜ਼ਿਆਦਾ ਤਾਂ ਉਹਨੂੰ ਚਾਂਸਿਸ ਜ਼ਿਆਦਾ ਨੇ। ਤੇ ਇਸ ਕਰਕੇ ਇਹ ਚੀਜ਼ਾਂ ਅਗਰ ਥੋੜੇ ਪੇਰੈਂਟਸ ਥੋੜਾ ਜਿਹਾ ਧਿਆਨ ਰੱਖਣਗੇ ਤਾਂ ਬੱਚਿਆਂ ਨੂੰ ਸ਼ਾਇਦ ਇਹ ਚੀਜ਼ਾਂ ਘੱਟ ਜਾਣ ਤੇ ਸਾਨੂੰ ਇਸ ਤਰ੍ਹਾਂ ਦੇ ਚੀਜ਼ਾਂ ਨਹੀਂ ਫੇਸ ਕਰਨੀਆਂ ਪੈਣ ਫਿਊਚਰ 'ਚ। ਡਾਕਟਰ ਸਾਹਿਬ PCOD ਦੇ ਲਈ ਡਾਈਟ, ਪ੍ਰੋਪਰ ਡਾਈਟ ਔਰ ਮੈਡੀਸਨ, ਜਿੱਦਾਂ ਚਲੋ ਇੱਕ ਗਰਲ, ਆਪਾਂ ਬੱਚੇ ਦੀ ਵੀ ਗੱਲ ਕੀਤੀ ਹੈ, ਜੇਕਰ ਇੱਕ ਏਜ ਦੇ ਉੱਤੇ ਆ ਕੇ ਗੱਲ ਕਰਦੇ ਆ ਹਨਾ, ਤਾਂ ਉਹਦੇ ਵਿੱਚ ਡਾਈਟ ਤੇ ਮੈਡੀਸਨ, ਉਹਨਾਂ ਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਕਿ ਸਾਨੂੰ ਕਿਹੜੀ ਚੀਜ਼ ਹੈ ਜ਼ਿਆਦਾ, ਅਗਰ ਅਸੀਂ ਆਪਣੀ ਡਾਈਟ ਪ੍ਰੋਪਰ ਰੱਖ ਲਈਏ? PCOD ਵਿੱਚ ਨਾ ਮੇਨ ਜਿਹੜਾ ਰੋਲ ਹੈ ਨਾ ਉਹ ਡਾਈਟ ਪਲੇ ਕਰਦੀ ਹੈ ਮੈਡੀਸਨ ਤੋਂ ਜ਼ਿਆਦਾ, ਕਿਉਂਕਿ ਮੈਡੀਸਨ ਤਾਂ ਹਾਰਮੋਨ ਹੀ ਦੇਣੇ ਆ ਨਾ, ਹਾਰਮੋਨ ਖਾਂਦੇ ਰਹੋਗੇ ਔਰ ਤੁਹਾਡਾ ਉਹ ਸਾਈਕਲ ਠੀਕ ਚੱਲਦਾ ਰਹੇਗਾ। ਇਹਦੇ 'ਚ ਡਾਈਟ ਦਾ ਹੀ ਰੋਲ ਹੈ ਔਰ ਇਹਦੇ 'ਚ ਜ਼ਿਆਦਾ weight ਮੈਨੇਜਮੈਂਟ, ਕਿਉਂਕਿ ਜਿੰਨਾ ਵੀ PCOD ਵਾਲੇ ਪੇਸ਼ੈਂਟ ਜ਼ਿਆਦਾਤਰ ਹੈਲਦੀ ਹੁੰਦੇ ਨੇ, ਅਗਰ 5% ਵੀ weight ਘਟਦਾ ਨਾ ਤਾਂ ਉਹਨਾਂ ਦੀ PCOD 'ਚ ਬਹੁਤ ਜ਼ਿਆਦਾ ਫਰਕ ਆਉਂਦਾ, ਦਿਖਣੇ 'ਚ ਸਿਗਨੀਫੀਕੈਂਟ ਇੱਕ ਉਹਨਾਂ 'ਚ ਚੇਂਜ ਨਜ਼ਰ ਆਏਗੀ। ਤਾਂ ਉਹਨਾਂ ਦੇ ਉਹਦੇ ਨਾਲ ਹੋਰ ਵੀ ਕਈ ਪ੍ਰੋਬਲਮਸ ਆ ਜਾਂਦੀਆਂ, ਜੈਸੇ ਮੂੰਹ ਦੇ ਉੱਪਰ ਬਾਲ ਆਉਣਾ ਸ਼ੁਰੂ ਹੋ ਜਾਂਦੇ ਨੇ, ਥੋੜੀ ਵੌਇਸ ਵੀ ਉਸ ਤਰ੍ਹਾਂ ਦੀ ਹੋ ਜਾਂਦੀ ਹੈ, ਔਰ ਗਰਲਸ ਨੂੰ ਥੋੜਾ ਜਿਹਾ ਮੇਲ ਲਾਈਕ ਫੀਚਰਸ ਥੋੜਾ ਜਿਹਾ ਉਸ ਤਰ੍ਹਾਂ ਦਾ ਹੈ ਨਾ, ਸਿਰ ਦੇ ਬਾਲ ਝੜਨਾ ਸ਼ੁਰੂ ਹੋ ਜਾਏंगे। ਤੇ ਉਹ ਚੀਜ਼ਾਂ ਨੂੰ ਉਹ ਡਾਈਟ ਨਾਲ ਹੀ ਉਹ ਕੰਟਰੋਲ ਹੋ ਸਕਦਾ। ਔਰ ਮੈਂ ਤਾਂ ਕਹਾਂਗੀ ਕਿ ਅਗਰ ਕਿਸੇ ਨੂੰ ਇਹੋ ਜਿਹੀ ਪ੍ਰੋਬਲਮ ਹੈ ਉਹ ਡੈਫੀਨੇਟਲੀ ਕਲੀਨਿਕਲ ਡਾਈਟੀਸ਼ੀਅਨ ਨੂੰ ਮਿਲੇ, ਉਹਨਾਂ ਨੂੰ ਇਸ ਚੀਜ਼ 'ਚ ਬਹੁਤ ਜ਼ਿਆਦਾ ਫਾਇਦਾ ਹੋਏਗਾ ਡਾਈਟ ਦੇ ਨਾਲ। ਤੇ ਡਾਕਟਰ ਸਾਹਿਬ ਮੇਨ ਕਿਆ ਅਸੀਂ ਜਾਣ ਸਕਦੇ ਕਿ ਅਸੀਂ ਕਿਹੜੀ ਡਾਈਟ ਕੀ ਅਵੋਇਡ ਕਰਨਾ ਚਾਹੀਦਾ ਇਸ ਪੇਸ਼ੈਂਟ ਨੂੰ? PCOD ਦੇ ਪੇਸ਼ੈਂਟਸ ਨੂੰ ਮੋਸਟਲੀ ਅਸੀਂ ਬੋਲਾਂਗੇ ਸ਼ੂਗਰ ਨਾ ਖਾਣ, ਸ਼ੂਗਰ ਪ੍ਰੋਡਕਟਸ ਜਿਹੜੇ ਨਾ ਉਹ ਨਹੀਂ, ਜਿਸ ਤਰ੍ਹਾਂ ਡਾਇਬੀਟੀਜ਼ ਨੂੰ ਅਸੀਂ ਕਹਿੰਦੇ ਆ ਨਾ ਕਿ ਉਹ ਨਹੀਂ ਖਾਓ, ਉਹਨਾਂ ਨੂੰ ਵੀ ਇਹੀ ਕਹਿੰਦੇ ਆ, ਆਲਮੋਸਟ ਸੇਮ ਹੀ ਹੁੰਦਾ ਹੈ, ਸ਼ੂਗਰ ਬਿਲਕੁਲ ਨਹੀਂ ਖਾਣਾ। ਔਰ ਉਹਦੇ ਵਿੱਚ ਹੈ ਕਿ ਤੁਸੀਂ ਥੋੜਾ ਜਿਹਾ ਵਿਟਾਮਿਨ C ਵਾਲੇ ਜਿਹੜੇ ਉਹ ਜ਼ਿਆਦਾ ਲਓ, ਜਿਸ ਤਰ੍ਹਾਂ ਜਿਨ੍ਹਾਂ ਵਿੱਚ ਵਿਟਾਮਿਨ C ਹੈ ਜ਼ਿਆਦਾ, ਜਿਸ ਤਰ੍ਹਾਂ ਔਰੇਂਜ ਹੋ ਗਿਆ ਤੁਹਾਡਾ, ਆਮਲਾ ਹੋ ਗਿਆ, ਉਹ ਇਨਟੇਕ ਜ਼ਿਆਦਾ ਰੱਖੋ। ਫਾਸਟ ਫੂਡ ਨਾ ਖਾਓ, ਆਪਣੇ ਸੀਰੀਅਲਸ ਵਗੈਰਾ ਖਾਓ, ਹੋਮ ਕੁਕਡ ਫੂਡ ਖਾਓ, प्रोटीन दी इनटेक थोड़ी ज़्यादा रखो, नॉट प्रोटीन पाउडर, लाइक होम कुक जेड़ा प्रोटीन प्रोटीन एग्स हो गया, चिकन हो गया, या तुसी अगर प्लांट बेस्ड प्रोटीन जेड़ा काफ़ी सारी दालां च साडा प्रोटीन होंदा है, काफ़ी वैजीटेरियन फूड्स भी उन्ना ही प्रोटीन तुसी पा सकते हो जिन्ना कि नॉन वेज होंदा है। एक मिथ है कि नहीं जी जेड़े नॉन वेज नहीं खाते उन्हां नूं प्रोटीन नहीं उन्हां दा पूरा होंदा। आई एम ऑल्सो वैजीटेरियन परसन, तो ऐसी कोई गल नहीं है कि वैजीटेरियंस का प्रोटीन नहीं पूरा होंदा, हो जाता है। ਡਾਕਟਰ ਸਾਹਿਬ ਤੁਹਾਡੀ ਹੀ ਗੱਲ ਦੇ ਵਿੱਚੋਂ ਮੇਰੇ ਜ਼ਰੂਰ ਇੱਕ ਜ਼ਿਹਨ 'ਚ ਗੱਲ ਆਈ ਹੈ, ਤੇ ਉਹ ਜਿਹੜੇ ਅੱਜ ਕੱਲ ਡੱਬੇ ਖਾਂਦੇ ਆ, ਪਾਊਡਰ ਘੋਲ ਕੇ ਪੀ ਲਿਆ, ਮੈਂ ਤੇ ਖੁਦ ਕੱਲ ਆਪਣੀ ਫੈਮਿਲੀ 'ਚ ਦੇਖਿਆ, ਉਹਨਾਂ ਨੇ ਪੂਰੀ ਲਾਈਨ ਹੀ ਲਾਈ ਹੋਈ ਹੈ, ਛੋਟਾ ਵੱਡਾ ਵੱਡਾ, ਉਹਦਾ ਕਿੰਨਾ ਕੁ ਜਿੰਨੀ ਦੇਰ ਲੈਂਦੇ ਰਹੋ ਕਿ ਨਹੀਂ ਪ੍ਰੋਟੀਨ ਜਿਹੜਾ ਉਹ ਤੁਸੀਂ ਆਰਟੀਫੀਸ਼ੀਅਲ ਪ੍ਰੋਟੀਨ ਲੈ ਰਹੇ ਹੋ ਨਾ, ਉਹ ਤੁਹਾਨੂੰ ਪਤਾ ਨਹੀਂ ਹੈ ਕਿ ਵੈਦਰ ਇਟਸ ਅ ਪ੍ਰੋਟੀਨ ਔਰ ਇਟਸ ਅ ਸਟੀਰੋਇਡ ਜਾਂ ਕੀ ਹੈ, ਮਤਲਬ ਕਿ ਵਟ ਯੂ ਆਰ ਟੇਕਿੰਗ। ਤੇ ਇਟਸ ਆਲਵੇਜ਼ ਬੈਟਰ ਕਿ ਤੁਸੀਂ ਉਹੀ ਚੀਜ਼ ਲਓ ਜਿਹੜੀ ਤੁਹਾਨੂੰ ਪਤਾ ਹੋਏ, ਲਾਈਕ ਇਫ ਆਈ ਐਮ ਗਿਵਿੰਗ ਯੂ ਕਿ ਤੁਸੀਂ ਯੂ ਟੇਕ ਸੋਇਆ ਮਿਲਕ ਜਾਂ ਯੂ ਟੇਕ ਪਨੀਰ ਫॉर ਪ੍ਰੋਟੀਨ, ਤਾਂ ਤੁਹਾਨੂੰ ਯੂ ਨੋ ਨਾ ਵਟ ਸੋਇਆ ਮਿਲਕ ਇਜ਼ ਜਾਂ ਵਟ ਪ੍ਰੋਟੀਨ ਇਜ਼, ਤੁਹਾਨੂੰ ਪਤਾ ਹੈ। ਅਗਰ ਮੈਂ ਤੁਹਾਨੂੰ ਇੱਕ ਡਿੱਬਾ ਬੰਦ ਕਰਕੇ ਦੇ ਦਾਂਗੀ ਕਿ ਰਮਨ ਤੁਸੀਂ ਇਹ ਡਿੱਬਾ ਇਹਦੇ ਵਿੱਚੋਂ ਪੀਂਦੇ, ਤਾਂ ਤੁਹਾਨੂੰ ਕੀ ਪਤਾ ਇਹਦੇ ਵਿੱਚ ਕੀ ਹੈ, ਇਸ ਡਿੱਬੇ ਵਿੱਚ ਕੀ ਹੈ। ਤਾਂ ਨੈਵਰ ਟੇਕ ਦੋਜ਼ ਥਿੰਗਸ ਕਿ ਜਿਨ੍ਹਾਂ ਦਾ ਤੁਹਾਨੂੰ ਪਤਾ ਹੀ ਨਹੀਂ ਹੋ। ਇਵਨ ਜਿਹੜੇ ਮੇਰੇ ਡਾਈਟ ਪਲਾਨਸ ਹੁੰਦੇ ਆ ਨਾ, ਮੈਂ ਉਹੀ ਚੀਜ਼ਾਂ ਦਿੰਦੀ ਹਾਂ ਜਿਹੜੀਆਂ ਕਿ ਬਿਲਕੁਲ ਤੁਹਾਨੂੰ ਪਤਾ ਹੋਏਗਾ ਕਿ ਅਗਰ ਇਹਨਾਂ ਨੇ ਇਹ ਚੀਜ਼ ਦਿੱਤੀ ਹੈ ਤਾਂ ਸਾਨੂੰ ਪਤਾ ਇਹ ਚੀਜ਼ ਕੀ ਹੈ। ਕੋਈ ਵੀ ਐਸਾ ਨਹੀਂ ਹੋ, ਨੋ ਸਪਲੀਮੈਂਟ, ਨੋ ਪਿਲ, ਨਥਿੰਗ ਲਾਈਕ ਦੈਟ, ਓਨਲੀ ਹੋਮ ਕੁਕਡ ਫੂਡਸ, ਔਰ ਉਹ ਵੀ ਜਿਹੜੇ ਕਿ ਬਿਲਕੁਲ ਈਜ਼ਲੀ ਸਾਰਿਆਂ ਦੇ ਘਰਾਂ ਵਿੱਚ ਬਣਦੇ ਨੇ। ਤਾਂ ਉਹ ਡਿੱਬੇ ਤੇ ਜਿਹੜੇ ਉਹ ਪੀਂਦੇ ਨੇ, ਅੱਜ ਕੱਲ੍ਹ ਦੇਖ ਹੀ ਰਹੇ ਹੋ ਜਿਮ ਵਿੱਚ ਕਿੰਨੇ ਹਾਰਟ ਅਟੈਕ ਹੋ ਰਹੇ ਨੇ ਐਕਸਰਸਾਈਜ਼ ਕਰਦੇ ਕਰਦੇ। ਉਹ ਰੀਜ਼ਨ ਕੀ ਹੈ ਉਹਨਾਂ ਦੇ ਪਿੱਛੇ? ਰੀਜ਼ਨ ਉਹੀ ਡਿੱਬੇ ਨੇ ਕਿ ਉਹ ਪ੍ਰੋਟੀਨ ਸ਼ੇਕ ਪੀਣੇ ਜ਼ਿਆਦਾ ਉੱਥੇ ਬੋਲ ਦਿੰਦੇ ਨੇ ਇੰਸਟਰਕਟਰ ਜਾਂ ਜੋ ਵੀ, ਆਈ ਐਮ ਨਾਟ ਅਗੇਂਸਟ ਦੋਜ਼ ਇੰਸਟਰਕਟਰ, ਉਹਨਾਂ ਨੂੰ ਮੈਂ ਕੁਛ ਨਹੀਂ ਕਹਾਂਗੀ, ਬਟ ਇਹ ਹੈ ਕਿ ਉਹਨਾਂ ਦਾ ਕੰਮ ਹੈ ਐਕਸਰਸਾਈਜ਼ ਕਰਵਾਉਣਾ, ਉਹਨਾਂ ਨੂੰ ਪਤਾ ਹੈ ਕਿਸ ਤਰ੍ਹਾਂ ਐਕਸਰਸਾਈਜ਼ ਕਰਵਾਉਂਦੇ ਨੇ, ਕਿਸ ਤਰ੍ਹਾਂ ਤੁਹਾਡੀ ਬੋਡੀ ਬਣਾਉਣੀ ਹੈ, ਬਟ ਉਹਨਾਂ ਨੂੰ ਇਹ ਨਹੀਂ ਪਤਾ ਨਾ ਤੁਸੀਂ ਇਹ ਡਿੱਬਾ ਦੇ ਰਹੇ ਹੋ, ਡਿੱਬੇ ਦਾ ਕੀ ਹਾਰਮ ਹੋ ਸਕਦਾ, ਹਾਰਮ ਹੋ ਸਕਦਾ। ਉਹ ਹਾਰਟ ਤੇ ਤੁਹਾਡੇ ਹਾਰਮ ਤਾਂ ਹੀ ਹਾਰਟ ਅਟੈਕ ਹੋ ਰਹੇ ਨਾ, ਉਹ ਪ੍ਰੋਟੀਨ ਪਾਊਡਰਸ ਦੇ ਨਾਲ ਹੀ ਹੋ ਰਹੇ ਨੇ। ਬਿਲਕੁਲ।
ਤੇ ਡਾਕਟਰ ਸਾਹਿਬ ਜਿੱਦਾਂ ਕਿ ਆਪਾਂ ਸੋਚਦੇ ਹੁੰਦੇ ਹਾਂ ਕਿ ਜਦੋਂ ਮੈਂ ਇੱਕ ਡਾਈਟੀਸ਼ੀਅਨ ਕੋਲ ਜਾ ਕੇ ਇੱਕ ਡਾਈਟ ਚਾਰਟ ਮੈਨੂੰ ਮਿਲ ਜਾਵੇਗਾ ਤਾਂ ਬਹੁਤ ਵਾਰੀ ਮੇਰੀ ਸੋਚ ਇਹੀ ਕਹਿੰਦੀ ਹੁੰਦੀ ਵੀ ਮੇਰੇ ਕੋਲ ਤਾਂ ਇੰਨਾ ਟਾਈਮ ਹੈ ਨਹੀਂਗਾ ਵੀ ਮੈਂ ਉਹ ਬਣਾ ਸਕਾਂ ਜਾਂ ਕੁਝ। क्या ਇੰਨਾ ਔਖਾ ਨਹੀਂ ਲੱਗਦਾ ਹੁੰਦਾ ਜਦੋਂ ਤੁਸੀਂ ਉਸ ਰੂਟੀਨ ਚ ਆ ਜਾਓ ਜਾਂ ऐसा कुछ नहीं है, बड़ा ईजी होता है। लाइक तुसी मेरे को आयो डाइट प्लान तो मैं तुहाडी रूटीन पूछांगी ना, जो डाइट प्लान है इट शुड बी पेशेंट फ्रेंडली नॉट डॉक्टर्स फ्रेंडली। मैं थोड़ी अपनी बनानी कि मैं हूँ 8 बजे उठनी है तो मेरा पेशेंट भी 8 बजे उठे। और आजकल आजकल के जी बच्चे ने, अगर तुसी बच्चे ले लो वड्डे ले लो, आजकल सारे के घर 9-10 बजे खाना खा रहे हैं। हुण तुसी कहोगे कि नहीं जी, हुण शायद डाइटिशियन बोल देगी कि आप 7 बजे डिनर कर लो, है ना, इस तरह बोलेगी, वो डर लगता है ना। बट ऐसा नहीं है, साडे घर अपने घर 10 बजे तो पहले कोई रोटी नहीं खाता रात को मैं किस तरह बोलांगी कि तुसी 7 बजे खाना खा लो, है ना। तो सानू उदे अकॉर्डिंगली बनाना पेगा ना, पेशेंट फ्रेंडली होना चाहिए, जेड़ा तुहाडे कोल क्लाइंट आया उन्नू सूट करना चाहिए ना। तो मेरे प्लान्स उस तरह के ही होंगे ना, मतलब कि लाइक मैं उन्होंने दी पूरी फूड डायरी लैनी और उन्होंने पूरा रूटीन पूछ के अकॉर्डिंगली आई मेक देयर प्लान्स। ये नहीं कि मैं अपनी मर्जी नाल कि अच्छा मैं इन्होंने 6 बजे उठावांगी तो मैं इन्होंने 10 बजे सुलावांगी नहीं ये गल सुन के तो मैंने बड़ा हौसला होया, क्योंकि डाइट चार्ट तो तां ही डर लगदा हुंदा सी कि कौन उस हिसाब नाल करेगा। 7 बजे रोटी खा के मैंने तो फिर 10 बजे तक फिर भुख लग जानी है, फिर बंदा की सोचेगा ना। फिर मेरे को तो इन्ने सारे पेशेंट्स ने जेड़े कि नाइट ड्यूटी दिंदे ना, जेड़े तो वो भी मेरे को हैगे जिन्हां ने दिने सोना हुंदा, रात नूं ड्यूटी देनी हुंदी है, तो उन्हां दे भी प्लान्स बनदे ने कि नाइट ड्यूटी वालियां दे भी कि क्योंकि तुसी काम करना, तुसी सिर्फ डाइट प्लान ही थोड़ी करना, लाइफ च होर भी तो चीज़ां करनियां ने ना बिल्कुल ये तो बहुत वधिया, क्योंकि बड़े सारे दिमागां दे विच ये चीज़ हुंदी है, सीगी मेरे भी दिमाग दे विच कि नहीं वो फिर लगा के फिर उस हिसाब नाल चलना थोड़ा औखा हो जाता है ना। ਤੁਸੀਂ ਬਿਲਕੁਲ ਸਹੀ ਗੱਲ ਕੀ ਹੈ ਕਿ ਜਿਹੜਾ ਡਾਈਟ ਚਾਰਟ ਉਹ ਪੇਸ਼ੈਂਟ ਦੇ ਹਿਸਾਬ ਨਾਲ ਹੋਣਾ ਚਾਹੀਦਾ, ਡਾਕਟਰ ਦੇ ਹਿਸਾਬ ਨਾਲ ਲੱਗੇ ਤਾਂ ਮੈਨੂੰ ਬੋਝ ਹੀ ਲੱਗਣਾ ਨਾ। ਹਾਂ ਆਬਵੀਅਸ ਹੈ। ਤਾਂ ਇਹ ਤਾਂ ਬਿਲਕੁਲ। ਤੇ ਡਾਕਟਰ ਸਾਹਿਬ ਹੁਣ ਜਿਹੜਾ ਸਾਰਿਆਂ ਦੇ ਜ਼ਿਹਨ ਦੇ ਵਿੱਚ ਸਵਾਲ ਹੁੰਦਾ, ਮੈਂ ਸ਼ੁਰੂ ਤੋਂ ਕਿਹਾ ਸੀ ਕਿ ਜਿਹੜਾ ਡਾਈਟੀਸ਼ੀਅਨ ਹੁੰਦਾ ਸਿਰਫ ਮੋਟਾਪੇ ਲਈ ਨਹੀਂ ਹੁੰਦਾ, ਮੋਟਾਪੇ ਲਈ ਨਹੀਂ ਹੁੰਦਾ, ਇਹ ਬਾਕੀ ਚੀਜ਼ਾਂ ਲਈ ਵੀ ਹੁੰਦਾ। ਸਾਰੇ ਡਾਈਟੀਸ਼ੀਅਨਸ ਨਹੀਂ ਹੁੰਦੇ, ਕਲੀਨਿਕਲ ਡਾਈਟੀਸ਼ੀਅਨਸ ਜਿਹੜੇ ਹੁੰਦੇ ਨਾ, ਜਿਹੜੇ ਤੁਹਾਨੂੰ ਕਿਸੇ ਹਸਪੀਟਲ ਸੈਟਅਪ 'ਚ ਮਿਲਣਗੇ ਜਾਂ ਜਿਨ੍ਹਾਂ ਨੇ ਕਲੀਨਿਕਲ ਡਾਇਟੈਟਿਕਸ ਵਿੱਚ ਡਿਗਰੀ ਕੀਤੀ ਹੋਏਗੀ। ਇਟਸ ਅ 5 ਈਅਰ ਕੋਰਸ ਜਿੰਨਾ ਉਹ ਕੀਤਾ ਹੋਏਗਾ। ਤੁਸੀਂ ਕਿਸੇ ਵੀ ਡਾਈਟੀਸ਼ੀਅਨ ਕੋਲ ਜਾਂਦੇ ਹੋ, ਤੁਸੀਂ ਉਹਨਾਂ ਦੇ ਕ੍ਰੀਡੈਂਸ਼ੀਅਲਸ ਪੁੱਛ ਸਕਦੇ ਹੋ। ਇਹ ਤਾਂ ਪੇਸ਼ੈਂਟਸ ਦਾ ਰਾਈਟ ਹੈ, ਅੱਜ ਕੱਲ੍ਹ ਤੁਸੀਂ ਪੁੱਛ ਸਕਦੇ ਹੋ ਕਿ ਤੁਸੀਂ ਕਿੰਨੇ ਕੁਆਲੀਫਾਈਡ ਹੋ। ਅਗਰ ਤੁਹਾਨੂੰ ਨਹੀਂ ਡਾਊਟ ਹੈ ਤੁਸੀਂ ਪੁੱਛ ਕੇ ਫੇਰ ਹੀ ਆਪਣਾ, ਕਿਉਂਕਿ ਇਹ ਤੁਹਾਡੀ ਲਾਈਫ ਹੈ ਨਾ, ਤੁਸੀਂ ਆਪਣੇ ਤਰੀਕੇ ਨਾਲ ਕਰਨਾ ਨਾ। ਤੁਸੀਂ ਇਹ ਥੋੜੀ ਸੋਚਣਾ ਕਿ ਹੁਣ ਮੈਂ ਇਹਨਾਂ ਕੋਲ ਗਈ ਹਾਂ ਤਾਂ ਉਹਨੇ ਜੋ ਵੀ ਦੇ ਦੇਗਾ ਮੈਂ ਲੈ ਲਾਂਗੀ। ਤੁਹਾਡਾ ਪੂਰਾ ਰਾਈਟ ਬਣਦਾ ਹੈ, ਤੁਸੀਂ ਹਰ ਚੀਜ਼ ਦਾ ਕੁਐਸਚਨ ਕਰ ਸਕਦੇ ਹੋ। ਹੁਣ ਤੇ ਸਾਡੀ ਗਵਰਨਮੈਂਟ, ਸਾਡੀ ਕੰਟਰੀ ਵੀ ਇਹ ਕਹਿੰਦੀ ਕਿ ਤੁਸੀਂ ਹਰ ਚੀਜ਼ ਦਾ ਰਾਈਟ ਹੈ, ਤੁਸੀਂ ਪੁੱਛ ਸਕਦੇ ਹੋ ਤੁਸੀਂ ਇਹ ਕੀ ਦਿੱਤਾ, ਕਿਉਂ ਦਿੱਤਾ, ਇਹਦੇ ਨਾਲ ਮੈਨੂੰ ਕੀ ਅਸਰ ਹੋਏਗਾ। ਇਵਨ ਮੈਨੂੰ ਬੜਾ ਮਜ਼ਾ ਆਉਂਦਾ ਜਦੋਂ ਮੇਰੇ ਕੋਲ ਛੋਟੇ ਬੱਚੇ ਆਉਂਦੇ ਆ ਨਾ, ਜਿਹੜੇ ਇਸ ਤਰ੍ਹਾਂ ਟੀਨਏਜਰਸ, ਉਹ ਪੁੱਛेंगे ਜਦੋਂ ਮੈਂ ਡਾइट ਦਾਂਗੀ ਨਾ, ਪੁੱਛेंगे मैम ये कितनी कैलोरीज का है तो ना बड़ा मजा आता है कि इन्ने कॉन्शियस होंगे क्योंकि आजकल के बच्चों को पता है कि साडा ये राइट है, ਅਸੀਂ ਪੁੱਛ सकते हैं। और मेरे मजा आता है, मैं कहती अच्छा अगर मैं बताऊंगी आपको पता चल जाएगा, हाँ जी मैम आप प्लीज बताइए। तो मेरे मजा आता है, मैं उन्होंने दसनी है कि अच्छा ये बेटा ये इतने कैलोरीज का आपका प्लान है, अच्छा मैम इसमें कितनी कैलोरीज देती हूँ। तो अच्छा ना, ये साडी ड्यूटी है, अगर कोई पूछ रहा है तो ਅਸੀਂ ਦੱਸਾਂਗੇ ਨਾ ਉਹਨਾਂ ਨੂੰ। ਬਿਲਕੁਲ ਜਿੱਦਾਂ ਤੁਸੀਂ ਗੱਲ ਕੀਤੀ ਹੈ ਨਾ, ਤੁਹਾਡੀ ਹੀ ਗੱਲ ਦੇ ਵਿੱਚ ਮੇਰੇ ਜ਼ਿਹਨ ਦੇ ਵਿੱਚ ਫਿਰ ਸਵਾਲ ਇੱਕ ਆਇਆ ਕਿ ਡਾਕਟਰ ਸਾਹਿਬ ਬੱਚਿਆਂ ਦੇ ਲਈ ਸਾਨੂੰ ਕਈ ਵਾਰੀ ਅਸੀਂ ਹੁੰਦੇ ਆ ਕਿ ਬਸ ਬੱਚੇ ਨੂੰ ਦੁੱਧ ਦੇਤਾ, ਰੋਟੀ ਦੇਤੀ, ਮੇਰਾ ਬੱਚਾ ਇਹ ਖਾ ਰਿਹਾ, ਚੰਗਾ ਭਲਾ ਖਾ ਰਿਹਾ, ਵੀ ਉਹਨੂੰ ਖਾਣ ਦੇ ਵਿੱਚ ਕੋਈ, ਲੇਕਿਨ ਕਿਆ ਇਸ ਦੇ ਲਈ ਸਾਨੂੰ ਬੱਚਿਆਂ ਦੇ ਲਈ ਵੀ ਬਹੁਤ ਧਿਆਨ ਰੱਖਣਾ ਪੈਂਦਾ ਹੈ ਕਿ ਕਿਆ ਜਿਹੜੀ ਚੀਜ਼ ਉਹਨੂੰ ਮਿਲਣੀ ਚਾਹੀਦੀ ਉਹਨੂੰ ਦਿੱਤੀ ਜਾ ਰਹੀ ਹੈ ਐਜ਼ ਅ ਡਾਈਟੀਸ਼ੀਅਨ, ਕਿ ਮਤਲਬ ਕਿੰਨੀ ਕੇਜ ਤੋਂ ਜਿਹੜਾ ਡਾਈਟੀਸ਼ੀਅਨ ਨੂੰ ਗਾਈਡ ਕਰ ਸਕਦਾ ਹੈ। जैसे मेरा जो सब तो छोटा पेशेंट है ना 9 मंथ्स का, 9 मंथ्स, कैन यू बिलीव, 9 महीने का तो ना वो एक्चुअली ਤੁਸੀਂ ਸਟਾਰਟ ਤੇ ਕਿਸੇ 6 ਮਹੀਨੇ ਦੇ ਬਾਅਦ ਜਦੋਂ ਬੱਚਾ ਤੁਹਾਡਾ ਵੀਨਿੰਗ ਪੀਰੀਅਡ ਸਟਾਰਟ ਹੁੰਦਾ, ਤੁਸੀਂ ਕਦੇ ਵੀ ਸਟਾਰਟ ਕਰ ਸਕਦੇ ਹੋ। ਲੇਕਿਨ ਇਹ ਹੈ ਕਿ ਮੈਂ ਤੇ ਵੈਸੇ ਜਿਹੜੀਆਂ ਮੇਰੇ ਕੋਲ ਗਰਲਸ ਆਉਂਦੀਆਂ ਨੇ ਜਿਹਨਾਂ ਦੇ ਛੋਟੇ ਬੱਚੇ ਨੇ, ਪਹਿਲੇ ਤਾਂ ਮੈਂ ਉਹਨਾਂ ਨੂੰ ਕਹਿੰਦੀ ਕਿ ਤੁਹਾਡੇ ਘਰ ਜਿਹੜੇ ਤੁਹਾਡੇ ਮੰਮੀ ਡੈਡੀ ਨੇ, ਤੁਹਾਡੇ ਮਦਰ ਇਨ ਲਾਅ ਨੇ ਜਾਂ ਮਦਰ ਨੇ, ਤੁਸੀਂ ਪਹਿਲੇ ਆਪਣੇ ਵੱਡਿਆਂ ਕੋਲ ਪੁੱਛੋ, ਉਹ ਮੇਰੇ ਤੋਂ ਜ਼ਿਆਦਾ ਅੱਛਾ ਤੁਹਾਨੂੰ ਦੱਸਣਗੇ। ਲੇਕਿਨ ਫਿਰ ਵੀ ਅਗਰ ਤੁਸੀਂ ਮੇਰੇ ਤੋਂ ਹੀ ਨਹੀਂ ਮੈਮ ਹमें आप ही से चाट लेना तो ठीक है, मैं ਇੱਥੇ ਹੈਗੀ, ਲੇਕਿਨ ਤੁਸੀਂ ਪਹਿਲੇ ਆਪਣੇ ਘਰੋਂ ਹੀ ਪੁੱਛ ਲਓ, ਕਿਉਂਕਿ ਉਹਨਾਂ ਨੂੰ ਜਿਹੜਾ ਐਕਸਪੀਰੀਅੰਸ ਹੈ ਉਹ ਮੇਰੇ ਤੋਂ ਵੀ ਬੈਟਰ ਹੋਏਗਾ ਸ਼ਾਇਦ ਉਹਨਾਂ ਕੋਲ, ਹੈ ਨਾ, ਕਿਉਂਕਿ ਉਹ ਬਜ਼ੁਰਗਾਂ ਦਾ ਜ਼ਿਆਦਾ ਅੱਛਾ। ਲੇਕਿਨ ਫਿਰ ਵੀ ਹੁੰਦਾ ਕਿ ਬੱਚਿਆਂ ਦੀ ਇੱਕ ਪ੍ਰੋਪਰ ਗਰੋਥ ਵਾਸਤੇ ਅਸੀਂ ਉਹਨਾਂ ਨੂੰ ਉਸ ਤਰ੍ਹਾਂ ਦੇ ਹੀ ਪਲਾਨ ਦੇਣੇ ਤਾਂ ਕਿ ਉਹਨਾਂ ਦੀ ਹਾਈਟ ਵਾਈਟ ਜਿਹੜੀ ਆ ਉਹ ਅਕੋਰਡਿੰਗਲੀ, ਉਹਦੀ ਏਜ ਦੇ ਅਕੋਰਡਿੰਗਲੀ ਜਾਏ।
ਤੇ ਉਹਦੇ ਵਾਸਤੇ ਪ੍ਰੋਪਰ ਡਾਈਟ ਬਣਦੇ ਆ। ਜਦੋਂ ਬੱਚਾ ਖਾਣਾ ਸ਼ੁਰੂ ਕਰ ਦਿੰਦਾ ਉਹਦੇ ਬਾਅਦ ਉਹਦੀ ਏਜ ਦੇ ਅਕੋਰਡਿੰਗਲੀ ਕਿ ਇਸ 2 ਸਾਲ ਦੇ ਬੱਚੇ ਨੂੰ ਕਿਹੜੀ ਚੀਜ਼ ਅਸੀਂ ਦੇ ਸਕਦੇ ਹਾਂ, 3 ਨੂੰ ਕੀ ਦੇ ਸਕਦੇ ਹਾਂ। 2 ਸਾਲ ਦੇ ਬੱਚੇ ਨੂੰ ਜਿਹੜੀ ਅਸੀਂ ਚੀਜ਼ ਦਿੰਦੇ ਹਾਂ ਉਹ ਅਸੀਂ 9 ਮਹੀਨੇ ਦੇ ਬੱਚੇ ਨੂੰ ਨਹੀਂ ਦੇ ਸਕਦੇ, ਉਹ ਡਿਫਰੈਂਟ ਹੋਏਗੀ। 9 ਮਹੀਨੇ ਵਾਲਾ ਬੱਚਾ ਜਿਹੜਾ ਖਾਂਦਾ ਉਹ ਅਸੀਂ 5 ਸਾਲ ਵਾਲਾ ਜਾਂ 2 ਸਾਲ ਵਾਲਾ ਜਿਹੜਾ ਖਾਂਦਾ ਉਹਨੂੰ 5 ਸਾਲ ਵਾਲੇ ਬੱਚੇ ਦੀ ਉਹ ਨਹੀਂ ਹੋਏਗੀ, ਉਹਦੀ ਡਿਫਰੈਂਟ ਹੋਏਗੀ, ਉਹਦੀ ਗਰੋਥ ਦੇ ਅਕੋਰਡਿੰਗਲੀ ਹੋਏਗੀ। ਤਾਂ ਪਲਾਨਸ ਬਣਦੇ ਆ ਔਰ ਮੇਰੇ ਕੋਲ ਬੱਚੇ ਕਾਫੀ ਆਉਂਦੇ ਆ ਛੋਟੇ। ਬਹੁਤ ਵਧੀਆ। ਔਰ ਮੈਨੂੰ ਨਾ ਤੁਹਾਡੇ ਨਾਲ ਗੱਲ ਕਰਕੇ ਇਦਾਂ ਲੱਗ ਰਿਹਾ ਹੈਗਾ ਕਿ ਚਾਹੇ ਮੈਂ ਅਗਰ ਇੱਕ ਸਪੈਸ਼ਲਿਸਟ ਕਿਸੇ ਵੀ ਚੀਜ਼ ਦੇ ਡਾਕਟਰ ਕੋਲ ਜਾਵਾਂਗੀ ਨਾ, ਮੈਨੂੰ ਉਹਨਾਂ ਦੇ ਹੀ ਉਸ ਦਾਇਰੇ ਦੇ ਵਿੱਚ ਹੀ ਨੌਲੇਜ ਮਿਲੇਗੀ। ਲੇਕਿਨ ਮੈਨੂੰ ਅੱਜ ਗੱਲ ਕਰਕੇ ਇਦਾਂ ਲੱਗਿਆ ਕਿ ਡਾਈਟੀਸ਼ੀਅਨ ਕੋਲ ਤੇ ਹਰ ਇੱਕ ਪੇਸ਼ੈਂਟ ਦੀ ਜਾਣਕਾਰੀ ਹੈ ਕਿ ਤੁਹਾਨੂੰ ਇਦਾਂ ਹੀ ਹੁੰਦਾ ਹੋਣਾ ਕਿ ਗੱਲ ਕਰਦੇ ਐਕਚੁਅਲੀ ਇਹੀ ਹੁੰਦਾ ਨਾ ਕਿ ਸਾਡਾ ਫੀਲਡ ਇਸ ਤਰ੍ਹਾਂ ਦਾ ਕਿ ਸਾਨੂੰ ਜਦੋਂ ਅਸੀਂ ਡਿਗਰੀ ਕਰਨੇ ਆ ਤੇ ਪਹਿਲੇ ਸਾਨੂੰ ਸਾਰੀਆਂ ਬਿਮਾਰੀਆਂ ਸਾਰਾ ਕੁਝ ਪੜਾਇਆ ਜਾਂਦਾ, ਹਰ ਟਾਈਪ ਦੀ ਬਿਮਾਰੀ। ਜਦੋਂ ਤੱਕ ਬਿਮਾਰੀ ਹੀ ਨਹੀਂ ਪਤਾ ਹੋਏਗੀ, ਪ੍ਰੋਬਲਮ ਹੀ ਨਹੀਂ ਪਤਾ ਹੋਏਗੀ, ਹਾਊ ਕੈਨ ਵੀ ਕਿਉਰ, ਹੈ ਨਾ। ਉਹਨੂੰ ਕਿਉਰ ਕਰਨ ਵਾਸਤੇ ਯੂ ਨੋ ਦਾ ਡਿਜ਼ੀਜ਼ ਕੀ ਹੈ, ਉਹਦਾ ਕਿਸ ਤਰ੍ਹਾਂ ਹੁੰਦੀ ਹੈ, ਠੀਕ ਹੈ। ਅਸੀਂ ਮੈਡੀਸਨ ਨਹੀਂ ਪ੍ਰਿਸਕ੍ਰਾਈਬ ਕਰਦੇ ਬਟ ਉਹ ਸਭ ਚੀਜ਼ਾਂ ਤੇ ਪਤਾ ਹੀ ਹੁੰਦੀਆਂ ਨੇ। ਤੇ ਜਦੋਂ ਫਿਰ ਵਿਦ ਐਕਸਪੀਰੀਅੰਸ, ਮੈਨੂੰ 10 ਸਾਲ ਹੋ ਚਲੇ ਨੇ ਕਲੀਨਿਕ ਚਲਾਉਂਦੇ ਹੋ, ਤੇ ਵਿਦ ਐਕਸਪੀਰੀਅੰਸ ਤੁਸੀਂ ਰੋਜ਼ ਇੰਨੇ ਪੇਸ਼ੈਂਟ ਦੇਖਦੇ ਹੋ, ਇੰਨਾ ਤੁਹਾਡਾ ਟਰਨਓਵਰ ਹੈ, ਤੁਸੀਂ ਦੇਖ ਰਹੇ ਹੋ, ਤੇ ਤੁਹਾਨੂੰ ਲੋਕਾਂ ਕਈ ਚੀਜ਼ਾਂ ਤੇ ਤੁਸੀਂ ਪੇਸ਼ੈਂਟ ਕੋਲੋਂ ਹੀ ਸਿੱਖਦੇ ਹੋ। ਔਰ ਮੈਂ ਆਪਣੇ ਪੇਸ਼ੈਂਟਸ ਕੋਲੋਂ ਬਹੁਤ ਕੁਝ ਸਿੱਖਣੀ ਆ। ਮੈਨੂੰ ਬੜਾ ਮਜ਼ਾ ਆਉਂਦਾ ਨੌਲੇਜ ਲੈਣਾ, ਗੇਨ ਕਰਨਾ। ਤੇ ਮੈਨੂੰ ਹੁੰਦਾ ਕਿ ਜਿਹੜਾ ਵੀ ਮੇਰੇ ਕੋਲ ਆਇਆ ਪੇਸ਼ੈਂਟ ਉਹ ਮੈਨੂੰ ਕੁਝ ਸਿਖਾ ਕੇ ਜਾਏ, ਤੇ ਉਹਦੇ ਨਾਲ ਹੀ ਤੁਹਾਡੀ ਜਿਹੜੀ ਨੌਲੇਜ ਹੈ ਵੱਧਦੀ ਹੈ। ਨਹੀਂ, ਬਿਲਕੁਲ ਮੇਰਾ ਬੜਾ ਹੀ ਵਧੀਆ ਗੱਲਬਾਤ ਰਹੀ ਹੈ ਤੁਹਾਡੇ ਨਾਲ, ਕਿਉਂਕਿ ਮੈਨੂੰ ਇਦਾਂ ਲੱਗ ਰਿਹਾ ਸੀਗਾ ਕਿ ਇੰਟਰਵਿਊ ਦਾ ਟਾਈਮ ਲੰਘਦਾ ਜਾਣਾ ਲੇਕਿਨ ਮੇਰੇ ਡਾਈਟੀਸ਼ੀਅਨ ਕੋਲ ਸਵਾਲ ਨਹੀਂ ਮੁੱਕਣੇ ਕਿਉਂਕਿ ਤੁਹਾਡੇ ਹਰ ਇੱਕ ਜਦੋਂ ਤੁਸੀਂ ਗੱਲ ਕੀਤੀ ਹੈ ਉਹਦੇ ਵਿੱਚੋਂ ਮੇਰਾ ਇੱਕ ਸਵਾਲ ਨਿਕਲਿਆ ਕਿ ਹਾਂ ਇਹ ਮੇਰੇ ਜ਼ਿਹਨ ਦੇ ਵਿੱਚ ਹੈਗਾ। ਤਾਂ ਮੈਨੂੰ ਬਹੁਤ ਵਧੀਆ ਲੱਗਿਆ। ਮੈਂ ਜ਼ਰੂਰ ਦੱਸਣਾ ਚਾਹੂੰਗੀ, ਔਰ ਮੈਂ ਐਜ਼ ਅ ਸਿਰਫ ਇਹ ਨਹੀਂ ਹੈ ਕਿ ਮੈਂ ਇੱਕ ਐਂਕਰ ਦੇ ਤੌਰ ਤੇ ਨਹੀਂ, ਮੈਨੂੰ ਤੁਸੀਂ ਬਾਹਰ ਵੀ ਕਦੇ ਵੀ ਪੁੱਛੋਗੇ ਨਾ, ਮੈਂ ਗੁਰਮੀਤ ਕੌਰ ਗੁਜਰਾਲ ਹੋਣਾ ਬਾਰੇ ਜ਼ਰੂਰ ਦੱਸਾਂਗੀ, ਕਿਉਂਕਿ ਮੈਨੂੰ ਬੜਾ ਪ੍ਰਾਊਡ ਫੀਲ ਹੁੰਦਾ ਹੈ ਕਿ ਅਸੀਂ ਇਹਨਾਂ ਕੋਲੋਂ ਬਹੁਤ ਕੁਝ ਸਿੱਖਦੇ ਹਾਂ। ਅਸੀਂ ਤੁਹਾਡੇ ਕੋਲੋਂ ਬਹੁਤ ਕੁਝ ਸਿੱਖਿਆ ਦੀਦੀ। ਔਰ ਮੈਂ ਦੱਸਣਾ ਚਾਹਾਂਗੀ ਕਿ SGDM ਹਸਪੀਟਲ ਦੇ ਵਿੱਚ ਬੜੇ ਪ੍ਰਾਊਡਲੀ ਅਸੀਂ ਕਹਿੰਦੇ ਹੁੰਦੇ ਆ ਕਿ ਸਾਡੇ ਪਰਿਵਾਰ ਚੋਂ, ਸਾਡੀ ਫੈਮਿਲੀ ਦੇ ਵਿੱਚੋਂ ਨੇ ਇਹ ਡਾਕਟਰ ਸਾਹਿਬ। ਔਰ ਜ਼ਰੂਰ ਤੁਹਾਨੂੰ ਕਿਸੇ ਵੀ ਕਿਸਮ ਦੀ ਕੋਈ ਵੀ ਦਿੱਕਤ ਹੁੰਦੀ ਹੈ ਤਾਂ ਇਸ ਹਸਪੀਟਲ ਦੇ ਵਿੱਚ ਆ ਕੇ ਤੁਸੀਂ ਇਸ ਕਲੀਨਿਕ ਦੇ ਵਿੱਚ ਹੀ ਇਹਨਾਂ ਨਾਲ ਗੱਲ ਕਰਕੇ ਹੀ, ਵੈਸੇ ਕਹਿੰਦੇ ਨਾ ਡਾਕਟਰ ਇੱਕ ਵਾਰੀ ਹੱਸ ਕੇ ਬੋਲ ਲਵੇ ਏਦਾਂ ਮਰੀਜ਼ ਤੇ ਉੱਥੇ ਠੀਕ ਹੋ ਜਾਂਦਾ ਮੈਂ ਰਮਨ ਇੱਕ ਚੀਜ਼ ਹੋਰ ਵੀ ਆਪਣੇ ਵਿਊਅਰਸ ਨੂੰ ਦੱਸਾਂਗੀ ਕਿ ਮੈਂ ਨਾ ਕੈਂਸਰ ਜਿਹੜੇ ਪੇਸ਼ੈਂਟਸ ਨੇ ਨਾ ਉਹਨਾਂ ਦੀ ਟ੍ਰੀਟਮੈਂਟ ਨਾ ਫ੍ਰੀ ਆਫ ਕਾਸਟ ਕਰਨੀ ਆ। ਮੈਂ ਉਹਨਾਂ ਵਾਸਤੇ ਕੋਈ ਆਈ ਡੋਂਟ ਚਾਰਜ ਐਨੀਥਿੰਗ। ਤਾਂ ਅਗਰ ਰੱਬ ਨਾ ਕਰੇ ਅਗਰ ਕਿਸੇ ਨੂੰ ਕੋਈ ਇਹੋ ਜਿਹੀ ਪ੍ਰੋਬਲਮ ਹੈ ਔਰ ਉਹਨੂੰ ਡਾਈਟ ਦੀ ਲੋੜ ਹੈ, ਉਹਨੂੰ ਪਤਾ ਨਹੀਂ ਚੱਲ ਰਿਹਾ, ਕਿਉਂਕਿ ਉਹਨਾਂ ਨੂੰ ਬਹੁਤ ਮੁਸ਼ਕਿਲ ਹੁੰਦੀ ਹੈ, ਉਹਨਾਂ ਨੂੰ ਸਮਝ ਹੀ ਨਹੀਂ ਆਉਂਦੀ ਕਿ ਕਿਹੜੀ ਚੀਜ਼ ਖਾਈਏ ਕਿਹੜੀ ਨਹੀਂ ਖਾਈਏ, ਕਿਉਂਕਿ ਔਰ ਉਹਨਾਂ ਨੂੰ ਡਾਈਟ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੁੰਦੀ ਹੈ ਬਿਕੋਜ਼ ਉਹਨਾਂ ਦਾ ਇਮੋਸ਼ਨਲ ਵੀ ਸੈਟਬੈਕ ਹੋਇਆ ਹੁੰਦਾ ਔਰ ਉਹਨਾਂ ਦਾ ਫਿਜ਼ੀਕਲ ਸੈਟਬੈਕ ਤਾਂ ਹੁੰਦਾ ਹੀ, ਇਮੋਸ਼ਨਲ ਵੀ ਹੋਇਆ ਹੁੰਦਾ। ਤੇ ਮੈਂ ਉਹਨਾਂ ਨੂੰ ਫ੍ਰੀ ਆਫ ਕਾਸਟ ਦਿੰਦੀ ਹਾਂ, ਆਈ ਡੋਂਟ ਚਾਰਜ ਐਨੀਥਿੰਗ। ਤੁਸੀਂ ਕਦੇ ਵੀ ਮੈਨੂੰ ਆ ਕੇ ਇੱਥੇ ਮਿਲ ਸਕਦੇ ਹੋ, ਮੇਰੇ ਕੋਲ ਡਾਈਟ ਪਲਾਨ ਲੈ ਸਕਦੇ ਹੋ ਕੈਂਸਰ ਪੇਸ਼ੈਂਟ। ਇਹ ਤਾਂ ਬਹੁਤ ਵਧੀਆ, ਕਿਉਂਕਿ ਦੇਖੋ ਆਪਣੇ ਪ੍ਰੋਫੈਸ਼ਨ ਦੇ ਵਿੱਚ ਤੁਸੀਂ ਸੇਵਾ ਵੀ, ਇਹਨੂੰ ਇੱਕ ਸੇਵਾ ਕਹਿ ਸਕਦੇ, ਜੋ ਤੁਹਾਨੂੰ ਰੱਬ ਨੇ ਦਿੱਤਾ ਉਹ ਤੁਸੀਂ ਉਸ ਹਿਸਾਬ ਨਾਲ ਕਰ ਰਹੇ ਹੋ। ਡਾਕਟਰ ਸਾਹਿਬ ਤੁਹਾਨੂੰ ਮਿਲਣ ਦਾ ਟਾਈਮਿੰਗ ਕੀ ਇੱਥੇ? ਮੈਂ ਵੈਸੇ ਫੋਨ ਤੇ ਅਵੇਲੇਬਲ ਹਾਂ ਹਮੇਸ਼ਾ। ਮੇਰੀ PA ਦਾ ਨੰਬਰ ਹੁੰਦਾ, ਉਹ ਮੇਰੇ ਨਾਲ ਕਰ ਦਿੰਦੀ ਹੈ, ਕੰਟੈਕਟ ਕਰਵਾ ਦਿੰਦੀ ਹੈ। ਅਦਰਵਾਈਜ਼ ਇੱਥੇ ਹਸਪੀਟਲ 'ਚ ਮੈਂ 3 ਤੋਂ 6 ਹੁੰਦੀ ਹਾਂ। 3 ਤੋਂ 6 SGDM ਹਸਪੀਟਲ ਛੰਨੀ, ਹੈ ਨਾ? ਛੰਨੀ ਹਿੰਮਤ, ਬਿਲਕੁਲ SGDM ਹਸਪੀਟਲ ਛੰਨੀ ਹਿੰਮਤ। ਤੁਸੀਂ ਇੱਕ ਕਲੀਨਿਕ ਡਾਈਟੀਸ਼ੀਅਨ ਦੇ ਕੋਲ ਆ ਕੇ, ਡਾਕਟਰ ਸਾਹਿਬ ਮੇਰੇ ਫੇਰ ਗੱਲ ਦੇ ਵਿੱਚ ਇੱਕ ਗੱਲ ਦਿਮਾਗ 'ਚ ਹੋ ਗਈ ਹੋਰ ਅੱਗੇ, ਜਿਹੜਾ ਮੈਂ ਸਵਾਲ ਪਹਿਲਾਂ ਵੀ ਪੁੱਛਿਆ ਕਿ ਅੱਜ ਕੱਲ੍ਹ ਅਸੀਂ YouTube ਦੇ ਉੱਪਰ ਨਾ ਮਤਲਬ ਸਰਚ ਕਰਕੇ ਬਹੁਤ ਸਾਰੀਆਂ ਚੀਜ਼ਾਂ, ਉਹ ਸਭ ਤੋਂ ਗਲਤ ਹੈ ਰਮਨ, ਉਹ ਸਭ ਤੋਂ ਗਲਤ ਹੈ ਬਿਕੋਜ਼ YouTube ਨੂੰ ਨਹੀਂ ਪਤਾ ਨਾ, ਲਾਈਕ ਤੁਸੀਂ ਜਾ ਰਹੇ ਹੋ ਉੱਥੇ ਪਾ ਰਹੇ ਹੋ ਕਿ ਮੈਨੂੰ ਇਹ ਚਾਹੀਦਾ ਹੈ, ਸਪੋਜ਼ ਫੈਟੀ ਲਿਵਰ ਦਾ ਪਾਇਆ ਹੈ ਕਿ ਮੈਨੂੰ ਫੈਟੀ ਲਿਵਰ ਹੈ, ਮੈਨੂੰ ਆਪਣਾ ਡਾਈਟ ਪਲਾਨ ਚਾਹੀਦਾ। ਉੱਥੇ ਇੱਕ ਜਨਰਲ ਡਾਈਟ ਪਲਾਨ ਆਏਗਾ ਫੈਟੀ ਲਿਵਰ, ਉਹ ਸਾਰਿਆਂ ਵਾਸਤੇ ਹੈ। ਹੁਣ ਇਹ ਵੀ ਹੋ ਸਕਦਾ ਹੈ ਨਾ ਕਿ ਜਿੰਨਾ ਪਾਇਆ ਉਹਨੂੰ ਸ਼ਾਇਦ ਫੈਟੀ ਲਿਵਰ ਦੇ ਨਾਲ ਉਹਨੂੰ 4 ਪ੍ਰੋਬਲਮਸ ਹੋਰ ਵੀ ਹੋਣ, ਉਹਨੂੰ ਡਾਇਬਟੀਜ਼ ਵੀ ਹੋਏ, ਉਹਨੂੰ ਸ਼ਾਇਦ ਲੀਵਰ 'ਚ ਵੀ, ਉਹਨੂੰ ਸ਼ਾਇਦ ਕਿਡਨੀ 'ਚ ਵੀ ਕੋਈ ਪ੍ਰੋਬਲਮ ਹੋਏ, ਤੇ ਉਹਨੂੰ ਨਹੀਂ ਨਾ ਪਤਾ ਉਹਦਾ ਇੱਕ ਜਨਰਲ ਪ੍ਰੋਬਲਮ ਦਾ ਇੱਕ ਕਿਉਰ ਹੈ। ਮੈਂ ਹਮੇਸ਼ਾ ਸਾਰਿਆਂ ਨੂੰ ਇਹ ਬੋਲਣੀ ਕਿ ਕਦੇ ਵੀ ਉਹ ਜਿਹੜੇ YouTube ਵਾਲੇ ਪਲਾਨਸ ਹੈ ਨਾ ਉਹ ਕਦੇ ਵੀ ਫੋਲੋ ਨਹੀਂ ਕਰੋ। ਉਹਦਾ ਬਹੁਤ ਵਾਰੀ ਮੈਂ ਦੇਖਿਆ, ਬਹੁਤ ਕੇਸਿਸ ਵਿੱਚ ਦੇਖਿਆ ਕਿ ਉਹਦਾ ਉਲਟਾ ਹੀ ਅਸਰ ਹੁੰਦਾ, ਉਹਦੇ ਨਾਲ ਕਦੇ ਵੀ ਬੈਨੀਫਿਟ ਨਹੀਂ ਹੁੰਦਾ। ਇਹ ਸਾਰਿਆਂ ਨੂੰ ਆਪੇ ਵੀ ਪਤਾ ਚੱਲ ਜਾਂਦਾ ਜਦੋਂ ਫੋਲੋ ਕਰਦੇ ਆ ਨਾ 1-2 ਮਹੀਨਾ, ਫਿਰ ਪਤਾ ਚੱਲ ਜਾਂਦਾ ਕਿ ਅੱਛਾ ਮੈਂ ਤਾਂ ਇਹ ਕਰ ਰਹਾ ਥਾ, ਹੁਣ ਇਹਦੇ ਨਾਲ ਮੈਨੂੰ ਇਹ ਪ੍ਰੋਬਲਮ ਨਾਲ ਸਟਾਰਟ ਹੋ ਜਾਏਗੀ, ਨਵੀਂ ਪ੍ਰੋਬਲਮ ਨਿਕਲ ਕੇ ਆ ਜਾਏਗੀ। ਤੇ ਇਸ ਕਰਕੇ ਕਦੇ ਵੀ ਉਹ ਨਾ ਕਰੋ ਬਿਕੋਜ਼ ਗੂਗਲ ਨੂੰ ਨਹੀਂ ਪਤਾ ਕਿ ਤੁਸੀਂ ਕੌਣ ਹੋ, ਤੁਹਾਨੂੰ ਕੀ ਚਾਹੀਦਾ।
ਉਹ ਤਾਂ ਤੁਸੀਂ ਜਦੋਂ ਕਿਸੇ ਨਾਲ ਪਰਸਨਲੀ ਮਿਲੋਗੇ ਉਹਨੂੰ ਹੀ ਆਪਣੀ ਦੱਸੋਗੇ ਨਾ, ਅਦਰਵਾਈਜ਼ ਗੂਗਲ ਨੂੰ ਕੀ ਪਤਾ। ਬਿਲਕੁਲ ਬਿਲਕੁਲ, ਬਹੁਤ ਵਧੀਆ ਜਾਣਕਾਰੀ ਹੈ ਜਿਹੜੀ ਡਾਕਟਰ ਸਾਹਿਬ ਕੋਲੋਂ ਅੱਜ ਮਿਲੀ ਹੈਗੀ। ਡਾਕਟਰ ਸਾਹਿਬ, ਮੈਂ ਚਾਹਾਂਗੀ ਕਿ ਅਖੀਰ ਦੇ ਵਿੱਚ ਇੱਕ ਮੈਸੇਜ ਜ਼ਰੂਰ ਦੇ ਦਿਓ ਜਿੰਨੇ ਵੀ ਸਾਡੇ ਵਿਊਵਰਸ ਦੇਖ ਰਹੇ ਨੇ, ਜੋ ਸ਼ਾਇਦ ਮੈਂ ਕੁਝ ਨਾ ਪੁੱਛਿਆ ਹੋਵੇ, ਤੁਸੀਂ ਜ਼ਰੂਰ ਕਹਿਣਾ। ਮੈਂ ਇਹੀ ਬੋਲਾਂਗੀ ਸਾਰਿਆਂ ਨੂੰ, ਆਪਣੀ ਕਮਿਊਨਿਟੀ ਨੂੰ, ਆਪਣੇ ਸੋਸਾਇਟੀ ਨੂੰ, ਸਾਰਿਆਂ ਨੂੰ ਇਹੀ ਬੋਲਾਂਗੀ ਕਿ ਤੁਹਾਨੂੰ ਕੋਈ ਵੀ ਪ੍ਰੋਬਲਮ ਹੈ, ਕੁਝ ਵੀ ਹੈ, ਤੁਸੀਂ ਆਪਣਾ ਨਾਲ ਡਾਈਟ ਔਰ ਆਪਣਾ ਲਾਈਫ ਸਟਾਈਲ ਅਗਰ ਠੀਕ ਕਰੋਗੇ ਤਾਂ ਤੁਹਾਡੀ ਜਿਹੜੀ ਉਹ ਪ੍ਰੋਬਲਮ ਹੈ ਨਾ ਉਹ ਬੜੀ ਜਲਦੀ ਕਿਉਰ ਹੋ ਜਾਏਗੀ, ਬਜਾਏ ਇਹਦੇ ਕਿ ਤੁਸੀਂ ਪੂਰੇ ਡਿਪੈਂਡੈਂਟ ਹੋ ਜਾਓ ਕਿ ਮੈਡੀਸਨ ਦੇ ਉੱਪਰ ਹੀ। ਠੀਕ ਹੈ, ਮੈਡੀਸਨ ਖਾਓ ਬਟ ਉਹਦੇ ਨਾਲ ਨਾਲ ਆਪਣਾ ਲਾਈਫ ਸਟਾਈਲ ਵੀ ਚੇਂਜ ਕਰੋ, ਕਿਉਂਕਿ ਹੁਣ ਡਾਕਟਰਸ ਕੋਲ ਇੰਨਾ ਟਾਈਮ ਨਹੀਂ ਹੁੰਦਾ ਕਿ ਉਹ ਤੁਹਾਨੂੰ ਮੈਡੀਸਨ ਦੇ ਨਾਲ ਤੁਹਾਨੂੰ ਇਹ ਵੀ ਦੱਸਣ ਕਿ ਕੀ ਖਾਣਾ ਹੈ, ਕੀ ਪੀਣਾ ਹੈ ਨਾ। ਤੇ ਤੁਸੀਂ ਬੈਟਰ ਹੈ ਤੁਸੀਂ ਇੱਕ ਕਲੀਨਿਕਲ ਡਾਈਟੀਸ਼ੀਅਨ ਨੂੰ ਮਿਲੋ ਜਿਹੜਾ ਤੁਹਾਨੂੰ ਪੂਰਾ ਦੱਸ ਦੇਗੀ ਕਿ ਤੁਸੀਂ ਤੁਹਾਨੂੰ ਇਹ ਪ੍ਰੋਬਲਮ ਹੈ, ਤੁਸੀਂ ਨਾਲ ਇਹ ਵਾਲਾ ਫੂਡ ਖਾਓ, ਤੇ ਉਹਦੇ ਨਾਲ ਇਹ ਹੈ ਕਿ ਤੁਸੀਂ ਜਲਦੀ ਹੈਲਦੀ ਫੀਲ ਕਰੋਗੇ ਔਰ ਜਲਦੀ ਠੀਕ ਹੋ ਜਾਓਗੇ। ਬਿਲਕੁਲ, ਬਹੁਤ ਵਧੀਆ। ਔਰ ਡਾਕਟਰ ਸਾਹਿਬ, ਮੈਂ ਅਖੀਰ ਦੇ ਵਿੱਚ ਫਿਰ ਤੋਂ ਬਹੁਤ ਧੰਨਵਾਦ ਕਰਾਂਗੀ, ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢਿਆ, ਬਹੁਤ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਤੁਸੀਂ। ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਥੈਂਕ ਯੂ। ਸਤਿ ਸ਼੍ਰੀ ਅਕਾਲ।